ਵਾਹਿਗੁਰੂ ਜੀਓ, ਵਾਹਿਗੁਰੂ ਸਾਹਿਬ ਜੀਓ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਸਾਹਿਬ ਜੀਓ, ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ, 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟਾਨ ਸ਼ੁਕਰਾਨਾ ਗੁਰੂ ਪਿਤਾ ਦਾ, ਕਰਤਾਰ ਦਾ। ਕੋਟਾਨ ਕੋਟਾਨ ਧੰਨਵਾਦ ਗੁਰੂ ਦੀ ਪਿਆਰੀ ਸਾਜੀ ਨਿਵਾਜੀ ਜ਼ੂਮ ਦੇ ਰਾਹੀਂ ਜੁੜ ਬੈਠੀ ਸਤ ਸੰਗਤ ਜੀ ਦਾ। ਗੁਰੂ ਪਿਤਾ ਦੀ ਅਪਾਰ ਬਖਸ਼ਿਸ਼ ਸਦਕਾ ਅਸਾਂ ਰਲ ਮਿਲ ਕੇ ਜਿੰਨੀ ਕੁ ਮਤ ਗੁਰੂ ਪਿਤਾ ਨੇ ਬਖਸ਼ੀ ਉਸ ਅਨੁਸਾਰ ਇਲਾਹੀ ਬਾਣੀ ਸ਼ਿਰੋਮਣੀ ਭਗਤ ਕਬੀਰ ਜੀ ਦੀ ਪਾਵਨ ਰਚਨਾ ਤੋਂ ਉਚਾਰਨ ਕੀਤੀ ਹੋਈ ਪਾਵਨ ਸ਼ਲੋਕਾਂ ਦੇ ਦਰਸ਼ਨ ਪਿਛਲੇ ਕੁਝ ਸਮੇਂ ਤੋਂ ਕਰ ਰਹੇ ਹਾਂ। ਲੜੀਵਾਰ ਵਿਚਾਰਾਂ ਨਾਲ ਜੁੜ ਬੈਠੇ ਹਾਂ। ਵਿਚਾਰਾਂ ਕਰਦਿਆਂ ਹੋਇਆਂ ਹੁਣ ਤੱਕ 1 ਤੋਂ 69 ਨੰਬਰ ਸ਼ਲੋਕ ਦੇ ਦਰਸ਼ਨ ਆਪਾਂ ਰਲ ਮਿਲ ਕੇ ਕੀਤੇ, ਵਿਚਾਰਨ ਦਾ ਯਤਨ ਕੀਤਾ, ਗੁਰੂ ਪਿਤਾ ਦਾ ਇਲਾਹੀ ਉਪਦੇਸ਼ ਲੈਣ ਦਾ ਯਤਨ ਕੀਤਾ। ਅੱਜ ਲੜੀਵਾਰ ਵਿਚਾਰਾਂ ਦੇ ਤਹਿਤ ਅਸਾਂ ਰਲ ਮਿਲ ਕੇ ਸ਼ਲੋਕ ਨੰਬਰ 70 ਤੋਂ 73 ਤੱਕ ਦੇ ਵਿਚਾਰ ਕਰਨ ਦਾ ਯਤਨ ਕਰਨਾ ਹੈ। ਹੁਣ ਤੱਕ ਵਿਚਾਰਾਂ ਕਰਦਿਆਂ ਹੋਇਆਂ ਗੁਰੂ ਪਿਤਾ ਦਾ ਪਾਵਨ ਉਪਦੇਸ਼ ਜੋ ਪੂਰੇ ਮਨੁੱਖ ਮਾਤਰ ਨੂੰ ਗੁਰੂ ਪਿਤਾ ਨੇ ਬਖਸ਼ਿਆ, ਉਸ ਨੂੰ ਲੈਣ ਦਾ ਯਤਨ ਕਰਦਿਆਂ ਹੋਇਆਂ ਜਿੰਨੀ ਕੁ ਸਮਝ ਆਈ ਉਸ ਅਨੁਸਾਰ ਜਦੋਂ ਅਸੀਂ ਪਿੱਛੇ 40 ਨੰਬਰ ਸ਼ਲੋਕ ਤੋਂ ਅੱਗੇ ਵਧੇ, 41 ਨੰਬਰ ਤੋਂ ਲੈ ਕੇ 70 ਨੰਬਰ ਸ਼ਲੋਕ ਤੱਕ ਕਬੀਰ ਸਾਹਿਬ ਦੇ ਪਾਵਨ ਬਚਨ ਜੋ ਕਿ ਗੁਰੂ ਪਿਤਾ ਨੇ ਇੱਕ ਅਮੋਲਕ ਮਜ਼ਮੂਨ ਰਾਹੀਂ ਸਾਨੂੰ ਬਖਸ਼ਿਆ, ਉਹ ਮਾਲਾ ਦੇ ਉਸ ਸੁਨਹਿਰੀ ਮਾਲਾ ਦੇ ਮੋਤੀ ਰੋ ਕੇ ਸਾਡੇ ਤੇ ਉਹ ਉਪਕਾਰ ਕੀਤਾ। ਦਰਸ਼ਨ ਕੀਤੇ 41 ਤੋਂ 70 ਨੰਬਰ ਸ਼ਲੋਕ ਤੱਕ, ਜਿੱਥੇ ਕਬੀਰ ਸਾਹਿਬ ਦੇ ਰਾਹੀਂ ਗੁਰੂ ਪਿਤਾ ਨੇ ਸਾਡੇ ਤੇ ਬਖਸ਼ਿਸ਼ ਕੀਤੀ, ਸਾਨੂੰ ਚੇਤਨ ਕਰਾਇਆ, ਸਾਨੂੰ ਬਾਰ-ਬਾਰ ਸਮਝਾਇਆ ਕਿ ਮਨੁੱਖਾ ਜਨਮ ਹੀ ਅਸਲ ਸਿਮਰਨ ਦਾ ਵੇਲਾ ਹੈ, ਭਾਵ ਪ੍ਰਭੂ ਨਾਲ ਪ੍ਰੀਤ ਬਣਾਉਣ ਦਾ ਵੇਲਾ ਹੈ। ਇਹ ਅਮੋਲਕ ਹੈ, ਇਹ ਦੁਲੰਭ ਹੈ, ਪਰ ਇਹ ਤਦ ਹੀ ਪੋਸੀਬਲ ਹੈ, ਤਦ ਹੀ ਹੋ ਸਕਦਾ ਹੈ ਜਦੋਂ ਮਨੁੱਖ ਗੁਰੂ ਦੀ ਸ਼ਰਨ ਵਿੱਚ ਆ ਕੇ ਆਪਣੇ ਆਪ ਨੂੰ ਕਾਮਾਦਿਕ ਵਿਕਾਰਾਂ ਤੋਂ ਬਚਾਏ, ਸ਼ਬਦ ਦੀ ਕਮਾਈ ਕਰਕੇ ਗੁਰੂ ਦੀ ਸਿੱਖਿਆ ਦੇ ਅਧੀਨ ਆਪਣੇ ਜੀਵਨ ਨੂੰ ਤਰਤੀਬ ਦੇ, ਗੁਰੂ ਦੀ ਮਿਹਰ ਦਾ ਪਾਤਰ ਬਣੇ। ਜਦ ਤੱਕ ਗੁਰੂ ਦੀ ਕਿਰਪਾ ਦਾ ਪਾਤਰ ਨਹੀਂ ਬਣਿਆ ਜਾਂਦਾ, ਉਸ ਦੀ ਭਰੀ ਨਜ਼ਰ ਨਹੀਂ ਪੈਂਦੀ, ਤਦ ਤੱਕ ਇਹ ਵਿਕਾਰਾਂ ਤੇ ਕਾਬੂ ਕਰਨਾ, ਵਿਕਾਰਾਂ ਤੇ ਜੇਤੂ ਹੋਣਾ ਆਸਾਨ ਨਹੀਂ, ਪੋਸੀਬਲ ਹੀ ਨਹੀਂ। ਹੁਣ ਜਦੋਂ ਅਸੀਂ ਦਰਸ਼ਨ ਕੀਤੇ ਇਲਾਹੀ ਬਾਣੀ ਦੇ, ਪੂਰੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਓੰਕਾਰ ਤੋਂ ਲੈ ਕੇ ਤਨ ਮਨ ਥੀਵੇ ਹਰਿਆ ਤੱਕ ਗੁਰੂ ਪਿਤਾ ਬਾਰ-ਬਾਰ ਸਾਨੂੰ ਬਖਸ਼ਿਸ਼ ਕਰਦੇ ਨੇ, ਸਾਡੇ ਤੇ ਬਖਸ਼ਿਸ਼ ਕਰਕੇ ਸਾਨੂੰ ਬਾਰ-ਬਾਰ ਉਪਦੇਸ਼ ਬਖਸ਼ਦੇ ਨੇ, ਸਮਝਾਉਂਦੇ ਨੇ ਕਿ ਸ਼ਬਦ ਦੀ ਕਮਾਈ ਰਾਹੀਂ ਹੀ, ਗੁਰੂ ਦੀ ਸ਼ਰਨ ਵਿੱਚ ਆ ਕੇ ਹੀ, ਸ਼ਬਦ ਦੇ ਚਾਨਣ ਰਾਹੀਂ ਹੀ, ਗਿਆਨ ਦੇ ਚਾਨਣ ਰਾਹੀਂ ਹੀ ਇਹ ਵਿਕਾਰ, ਇਹ ਕਾਮਾਦਕ ਜਿਹੜੇ 5 ਲੜਕੇ ਨੇ, ਲੱਖ ਹੇਰੀ ਨੇ, ਇਸ ਤੋਂ ਬਚਾਅ ਹੋ ਸਕਦਾ ਹੈ।
गल शुरू हुई सी 41 नंबर श्लोक तो, लूटना है तां लूट लै, राम नाम है लूट। कबीर साहब दे अमोलक बचना राही गुरु पिता साडे ते बख्शिश ने साडे ते बख्शिश कीती, सानू प्रेरणा बख्शी, दृढ़ कराया कि जीवन विच जे कोई रास पूंजी इकट्ठी करनी है ते ओ नाम धन दी पूंजी इकट्ठी कर। पर साडी दौड़ भज केवल ते केवल दुनियावी रसां विच है, दुनियावी चस्कियां विच है, दुनियावी रुतबियां विच है। सानू चेतावनी दिती, फिर पाछे पछताओगे, प्राण जाएंगे छूट, क्योंकि श्वासा दी जिहड़ी पूंजी है, जो उस करतार दी बख्शिश सदका मनुख नू प्राप्त हुई है, वो लिमिटेड है, ओदी एक म्याद है। हम आदमी हाँ एकदमी मोहलत मौत न जाने। बार बार गुरु पिता सानू बख्शिश करदे, सानू अमोलक जीवन दा मनोरथ समझांदे ने। पिछली क्लास विच दर्शन करदियां होया कबीर साहब ने अकाल पुरख दी सिफत सलाह विच टिके रहन दा लाभ समझाया। बख्शिश कीती भगत जी ने समझाया कि जदों असीं श्लोक नंबर 66-67 दे दर्शन कीते, एक बार थोड़ा जिहा दर्शन कर लैने आ। दर्शन कीते, प्रेरणा बख्शी, दृढ़ कराया कि जे प्रभु दे दर ते टिके रहिए तां लाख हेरी जेड़े शिकारी ने, जेड़े हर वक्त अपना जाल बिछा के बैठे ने, जेड़े कामादक पांचों लड़के ने, जेड़े काम क्रोध लोभ मोह अहंकार नामक विकार ने, जे प्रभु दे दर ते टिके रहिए, भाव ओदे ज्ञान, ओदे प्यार नू, ओदे गुणां नू मन विच वसा लईए, ते फिर इन्हां दी इन्नी होंद नहीं कि पो भी सकन, इन्हां दी इन्नी समर्था नहीं कि रुकावट बन सकन। चलदे होए सही राह ते निर्मल जीवन विच जे प्रभु दे गुण अंदर प्रगट हो जान ते विकार रुकावट नहीं बन सकते। जे ओदी बख्शिश हो जाए ते ओदी बख्शिश दे राहीं ही ये जीवन ने उच्चा सुच्चा निर्मल होना है। पूरे गुरु ग्रंथ साहिब जी विच बार बार गुरु पातशाह सानू जिहड़ी अंदर विकारां दी जिहड़ी ये विथ है, ते गुरु विकारां दी जिहड़ी दीवार है, उसनू हटान दी प्रेरणा बख्शते ने, बार बार समझाउंदे ने, बार बार चेतावनी देंदे ने कि विकार ही ने जिहड़े अंदर रब्बी गुणां दे दर्शन नहीं होंदे, रब दी जोत दे दर्शन नहीं होन दिंदे। अंदर वो पर्दा है, वो दीवार है, किव सचियारा होई है, किव कूड़ा टुटे, भाल है जिहड़ी भाल है ये किवें टुटेगी। फिर कहंदे ने बंदिया मनुखा तू इक्को रस्ता है, ओदे हुक्म विच आ जा, ओदे हुक्म नू खिड़े मत्थे ले ले। हुक्म नू खिड़े मत्थे लैण दा मतलब ही गुरु दे रब्बी गुणां दे नू धारण करना है, ओदे प्यार नू धारण करना है, उस ते भरोसा, उस ते ओदे शुकराने विच रहना है। ते कबीर साहब ने भी इत्थे ओही गल सानू समझाई। सिफत सलाह दा हुलारा एक ऐसी ताकत है कि संसारक मोह दियां जिहड़ी ठिल्लां ने, जिहड़ी लहरां ने, ओ जिस मोह के कारण संसारक इस भवसागर तो, क्योंकि संसार नू भवसागर किया है, क्योंकि विकारां दे विच बहुतांत तौर ते जीवन बिरथा हो जाता है। ते इस भवसागर तो पार उतारा इको ही रस्ता है, वो है गुरु दी सिफत सलाह, भाव ओदी सिक्ख्या, ओदे गुण, ओदे सिक्ख्या ते चल के, फुटस्टेप्स नू फॉलो करके, जड़ियां लहरां ने, जेड़े ओदे जड़ी मोह दी लहरां ने, उन्हां दा असर नहीं हुंदा। ते कबीर साहब इत्थे समझांदे ने कि मैं ते डुब रहा सी, मैं ते मोह दे विच, संसारक मोह दे विच डुब रहा सी, पर गुनाह ने, रब्बी गुनाह दी ऐसी लहर आई, ऐसी टाइड आई, जिन्ने मैनू धक्का मार के मैनू डुबन तो बचा लिया। भाव कबीर साहब ने साडे ते बख्शिश कीती, गुरु पातशाह ने साडे ते बख्शिश कीती, सानू जुगत समझाई कि उस दर ते टिके रहन दा लाभ की है, उस तू मन, उसके गुणां नू मन विच वसाण दा लाभ की है। इको एक रस्ता है, जे भवसागर दा तो पार उतारा करना है, जे जीवन तो बंद खलासी होनी है, ते गुरु दे गुणां राहीं ही होनी है। वो गुणां दी लहर नाल ही, ओदे धक्के नाल ही जीवन उच्चा सुच्चा ते निर्मल हो सकेगा। हुण अगे दर्शन करदियां होया इसी मजमून विच कबीर साहब ने उस विकारी बंदे दी अवस्था दी गल
ਕਰਦਿਆਂ ਹੋਇਆਂ, ਮੱਖੀ ਦੀ ਮਿਸਾਲ ਦਿੰਦਿਆਂ ਹੋਇਆਂ ਚੇਤਾਵਨੀ ਦਿੱਤੀ। ਮੱਖੀ ਦੀ ਮਿਸਾਲ ਦਿੰਦਿਆਂ ਹੋਇਆਂ ਚੇਤਾਵਨੀ ਦਿੱਤੀ, ਸਮਝਾਇਆ ਕਿ ਮੱਖੀ ਦੀ ਤਰ੍ਹਾਂ ਮਨੁੱਖ ਜਿਹੜੀ ਮਾਈਕ ਰਸਾਂ ਦੀ ਚਮਕ ਦਮਕ ਵਿੱਚ ਫਸਿਆ ਹੋਇਆ, ਜਿਹੜੀ ਖਿੱਚ ਉਹਨੂੰ ਹਰ ਵਕਤ ਸੰਸਾਰਕ ਮੋਹ ਦੀ ਖਿੱਚ ਉਹਨੂੰ ਗੰਦਗੀ ਵੱਲ ਪ੍ਰੇਰ ਰਹੀ ਹੈ, ਉਹਦਾ ਜੀਵਨ ਇੱਕ ਮੱਖੀ ਦੀ ਤਰ੍ਹਾਂ ਹੋਇਆ ਕਿ ਉਹਨੂੰ ਰੱਬੀ ਗੁਨਾਹ ਦਾ ਪਿਆਰ ਪਤਾ ਹੀ ਨਹੀਂ ਲੱਗਦਾ। ਰੱਬੀ ਗੁਨਾਹ ਦਾ ਜਿਹੜਾ ਮਨੋਰਥ ਹੈ ਉਹ ਸਮਝ ਹੀ ਨਹੀਂ ਆਉਂਦਾ, ਉਹਨੂੰ ਭਗਤੀ ਦਾ ਮਨੋਰਥ ਸਮਝ ਹੀ ਨਹੀਂ ਆਉਂਦਾ, ਉਹਨੂੰ ਸਿਫਤ ਸਲਾਹ ਸਮਝ ਹੀ ਨਹੀਂ ਆਉਂਦੀ। ਉਹ ਜਦੋਂ ਢੂੰਡਦਾ ਗੰਦ ਹੀ ਢੂੰਡਦਾ ਹੈ, ਵਿਸ਼ਟਾ ਵਿੱਚ ਹੀ ਮੂੰਹ ਮਾਰਦਾ, ਜਿਵੇਂ ਮੱਖੀ ਹਰ ਵਕਤ ਵਿਸ਼ਟਾ ਤੇ ਹੀ ਉੜਦੀ ਹੈ, ਵਿਸ਼ਟਾ ਤੇ ਹੀ ਬੈਠਦੀ ਹੈ। ਮੱਖੀ ਦੀ ਮਿਸਾਲ ਦੇ ਕੇ, ਮੱਖੀ ਦੀ ਤੁਲਨਾ ਕਰਕੇ ਕਬੀਰ ਸਾਹਿਬ ਨੇ ਮਨੁੱਖ ਨੂੰ ਚੇਤਾਵਨੀ ਦਿੱਤੀ, ਸਮਝਾਇਆ ਕਿ ਜੀਵਨ ਦਾ ਅਸਲੀ ਮਨੋਰਥ ਰੱਬੀ ਗੁਣ ਨੇ, ਜੀਵਨ ਦਾ ਅਸਲੀ ਮਨੋਰਥ ਰੱਬ ਦਾ ਪਿਆਰ ਹੈ, ਰੱਬ ਦਾ ਭਰੋਸਾ ਹੈ, ਉਸ ਕਰਤਾਰ ਦਾ ਸ਼ੁਕਰਾਨਾ ਹੈ। ਜੇ ਉਹ ਅੰਦਰ ਨਹੀਂ, ਜੇ ਰੱਬੀ ਗੁਣ ਅੰਦਰ ਨਹੀਂ, ਸੱਚ ਨਹੀਂ, ਅੰਦਰ ਸੰਤੋਖ ਨਹੀਂ, ਅੰਦਰ ਧਰਮ ਨਹੀਂ, ਅੰਦਰ ਸੇਵਾ ਨਹੀਂ, ਨਮਰਤਾ ਨਹੀਂ, ਤਾਂ ਇਹ ਜੀਵਨ ਕਿਸੇ ਪਸ਼ੂ ਤੋਂ ਵੱਧ ਨਹੀਂ। ਕਈ ਵਾਰੀ ਬਾਣੀ ਵਿੱਚ ਸਾਨੂੰ ਇਹ ਤਾੜਨਾ ਦਿੱਤੀ ਗਈ ਹੈ, ਗੁਰੂ ਪਾਤਸ਼ਾਹ ਨੇ ਕਈ ਵਾਰ ਤਾੜਨਾ ਦਿੱਤੀ। ਹੁਣ ਇਸੀ ਕੰਟੈਕਸਟ ਵਿੱਚ 70 ਨੰਬਰ ਸ਼ਲੋਕ ਵਿੱਚ ਖੁੱਲੇ ਰੂਪ ਵਿੱਚ ਚੇਤਾਵਨੀ ਦਿੰਦਿਆਂ ਹੋਇਆਂ ਸਮਝਾਉਂਦੇ ਨੇ ਕਿ ਜੇ ਮਨੁੱਖ ਤੂੰ ਜਲਦੀ ਨਹੀਂ ਸਮਝਿਆ, ਜੇ ਤੈਨੂੰ ਅੱਜ ਵੀ ਸਮਝ ਨਹੀਂ ਆਈ, ਤੇ ਫਿਰ ਤੂੰ ਆਤਮਕ ਮੌਤ ਮਰਨ ਲਈ ਤਿਆਰ ਹੋ ਜਾ, ਤਿਆਰ ਰਹਿ ਆਤਮਕ ਮੌਤ ਮਰਨ ਲਈ। ਹੁਣ ਆਤਮਕ ਮੌਤ ਕੀ ਹੈ? ਕਿਉਂਕਿ ਪਿੱਛੇ ਗੱਲ ਕੀਤੀ, ਕੋਈ ਅਣਜਾਣਾ ਹੋਏ ਚਾਹੇ ਕੋਈ ਸਿਆਣਾ ਹੋਏ, ਜੋ ਵੀ ਹਰੀ ਦੇ ਨਾਮ ਨੂੰ ਤਿਆਗਦਾ ਹੈ, ਜੋ ਵੀ ਉਸ ਤੋਂ ਵਿਸਾਰਦਾ ਹੈ, ਜੋ ਦਤਾਰ ਦੀਆਂ ਜਿਹੜੀ ਦਾਤਾਂ ਨੇ ਉਹਨੂੰ ਜੱਫੇ ਮਾਰ ਕੇ ਅਕਿਰਤਕਨ ਹੋ ਜਾਂਦਾ ਹੈ, ਮੇਰੀ ਤਰ੍ਹਾਂ ਉਸ ਦਾਤੇ ਨੂੰ ਭੁੱਲ ਜਾਂਦਾ ਹੈ, ਉਹ ਆਤਮਕ ਮੌਤ ਹੀ ਮਰਦਾ ਹੈ। ਕਬੀਰ ਸਾਹਿਬ ਬਖਸ਼ਿਸ਼ ਕਰਦੇ ਨੇ, ਸਮਝਾਉਂਦੇ ਨੇ ਕਿ ਉਹਦਾ ਜੀਵਨ ਧੀਰੇ ਧੀਰੇ ਖੋਖਲਾ ਹੋ ਜਾਂਦਾ ਹੈ, ਔਰ ਖੋਖਲਾ ਜੀਵਨ ਆਤਮਕ ਮੌਤ ਮਾਰਿਆ ਜਾਂਦਾ ਹੈ। ਆਤਮਕ ਮੌਤ ਦਾ ਭਾਵ ਵਿਕਾਰਾਂ ਦੇ ਅਧੀਨ ਆਪਣੇ ਜੀਵਨ ਨੂੰ ਚਲਾਉਂਦਾ, ਵਿਕਾਰ ਬੰਦਰ ਨਾਚ ਕਰਾਉਂਦੇ ਨੇ, ਦੁੱਖ ਸਹੇੜਦਾ ਹੈ ਜੀਵਨ। ਆਓ ਦਰਸ਼ਨ ਕਰੀਏ ਸ਼ਲੋਕ ਨੰਬਰ 70 ਦੇ। ਏਕ ਓੰਕਾਰ ਸਤਿਗੁਰ ਪ੍ਰਸਾਦ। ਕਬੀਰ ਰਾਮ ਨ ਧਿਆਇਓ, ਮੋਟੀ ਲਾਗੀ ਖੋਰ, ਕਾਇਆ ਹਾਂਡੀ ਕਾਠ ਕੀ, ਨਾ ਉਹ ਚਰੈ ਬਹੋਰ। ਕਾਇਆ ਹਾਂਡੀ ਕਾਠ ਕੀ, ਨਾ ਉਹ ਚਰੈ ਬਹੋਰ। ਕਬੀਰ ਸਾਹਿਬ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਕਬੀਰ ਰਾਮ ਨਾ ਧਿਆਇਓ, ਮੋਟੀ ਲਾਗੀ। ਰਾਮ ਨਾ ਧਿਆਇਓ, ਉਸ ਰਮੇ ਹੋਏ ਰਾਮ ਦੇ ਲੜ ਨਹੀਂ ਲੱਗੇ, ਉਹਦੇ ਪਿਆਰ ਵਿੱਚ ਨਹੀਂ ਰੰਗੇ, ਉਹਦੀ ਸਿਫਤ ਸਲਾਹ ਨਾਲ ਉਹਦੀ ਬੰਦਗੀ ਵਿੱਚ ਨਹੀਂ ਜੁੜੇ। ਤੇ ਹੋਇਆ ਕੀ, ਕੌਨਸਿਕੁਐਂਸਿਸ ਕੀ ਹੋਏ? ਕੀ ਹੋਇਆ ਜਦੋਂ ਜੋ ਉਸ ਪ੍ਰਭੂ ਨੂੰ ਵਿਸਾਰ ਦਿੰਦਾ ਹੈ, ਜੋ ਮਨੁੱਖ ਉਸ ਪ੍ਰਭੂ ਨੂੰ ਵਿਸਾਰ ਦਿੰਦਾ ਹੈ, ਤੇ ਕੀ ਹੁੰਦਾ ਹੈ? ਮੋਟੀ ਲਾਗੀ ਖੋਰ। ਖੋਰ ਹੁੰਦੀ ਹੈ ਖੋਖਲਾਪਨ, ਅੰਦਰ ਜੀਵਨ ਖੋਖਲਾ ਹੋ ਜਾਂਦਾ ਹੈ, ਖੋਖਲਾ ਹੋ ਜਾਂਦਾ ਹੈ ਜੀਵਨ। ਮੋਟੀ ਲਾਗੀ, ਜ਼ੋਰ ਦੇ ਕੇ ਗੱਲ ਕੀਤੀ, ਮੋਟੀ ਲਾਗੀ ਪਰ ਬਹੁਤ ਜ਼ਿਆਦਾ ਬੁਰੇ ਤਰੀਕੇ ਨਾਲ ਖੋਖਲਾ ਹੋ ਜਾਂਦਾ ਹੈ। ਕਿਸੇ ਲੱਕੜੀ ਦੇ ਵਿੱਚ ਅਗਰ ਦੀਮਕ ਲੱਗ ਜਾਏ, ਤੇ ਦੀਮਕ ਜਿਸ ਤਰ੍ਹਾਂ ਲੱਕੜੀ ਨੂੰ ਖੋਖਲਾ ਕਰ ਦਿੰਦੀ, ਉਸ ਤਰ੍ਹਾਂ ਹੀ ਵਿਕਾਰ ਜੀਵਨ ਨੂੰ ਖੋਖਲਾ ਕਰ ਦਿੰਦਾ। ਪਤਾ ਨਹੀਂ ਲੱਗਦਾ, ਬਾਹਰੋਂ ਬਿਲਕੁਲ ਚਮਕਦਾ ਹੋਇਆ ਜੀਵਨ ਚੱਲਦਾ ਹੈ ਜਿਵੇਂ ਲੱਕੜੀ, ਪਤਾ ਤਾਂ ਲੱਗਦਾ ਹੈ ਜਦ ਅੰਦਰੋਂ ਪੂਰਾ ਖੋਖਲਾ ਹੋ ਕੇ ਬਾਹਰ ਵੱਲ ਉਹਦੀ ਰਿਫਲੈਕਸ਼ਨ ਆਉਂਦੀ ਹੈ, ਉਹਦਾ ਤਾਂ ਜਾ ਕੇ ਸਮਝ ਆਉਂਦੀ ਹੈ। ਤੇ ਕਬੀਰ ਸਾਹਿਬ ਸਾਨੂੰ ਇਹੀ ਸਮਝਾ ਰਹੇ ਨੇ ਕਿ ਵਿਕਾਰ ਭਾਈ, ਜਿਹਨੇ ਰਾਮ ਨੂੰ ਵਿਸਾਰਤਾ, ਜਿਹਨੇ ਉਸ ਪਰਮਾਤਮਾ ਨੂੰ, ਉਸ ਦਤਾਰ ਨੂੰ ਵਿਸਾਰਤਾ, ਤੇ ਉਹਦੀ ਦਾਤਾਂ ਵਿੱਚ ਹੀ ਖਚਿਤ ਹੋ ਕੇ ਰਹਿ ਗਿਆ। ਸਾਰੀ ਦੌੜ ਭੱਜ ਜਿਹੜੀ ਹੈ ਉਹ ਦਾਤਾਂ ਵਿੱਚ ਹੀ ਰਹਿ ਗਈ, ਉਹਦੀ ਦਾਤਾ ਦੇ ਅੱਗੇ ਪਿੱਛੇ ਭਾਵ
संसारक पदार्थ, संसारक रुतबे, संसारक समाजक रिश्ते। कोई कहता है कि असी परिवार पाल रहे हैं, कोई कहता है असी परिवार लिए कर रहे हैं, ये साडी जिम्मेवारी है, रिस्पॉन्सिबिलिटी। पर गुरु मेरा ये नहीं कहता। जे उस प्रभु की दाता उहदे शुकराने उस भरोसे नूं विसार के रिस्पॉन्सिबिलिटीज की एक्सक्यूज लैके असी जीवन चलाने ते असी गुनेगार हाँ। और गुनेगार होने दे नाल असी दुख सहेड़ रहे हैं, धीरे धीरे अंदरों अंदर खोखले होंदे जा रहे हैं, अंदरों खोखले होंदे जा रहे हैं, बुरी तरीके नाल खोखलापन होने का मतलब ही है कि अंदर बेकार भारू होंदे जा रहे हैं, अंदर दुख अपना तांडव कर रहे हैं जिसका पता नहीं लग रहा। भाव जीवन धीरे धीरे आत्मक मौत वल तुरदा जा रहा, प्रेरिया जा रहा। अगे कबीर साहब ने सानू चेतावनी देंदे होया प्रेरणा बख्शी समझाया, एक बार फिर तो कहंदे ने काया हांडी काटकी ना ओ चरे बहोर। कहंदे ने समझ जा मनुख, हाले भी समझ जा, ये जो मनुखा जन्म है ना, काया काया पाव मनुखा शरीर, ये उस बर्तन की तरह है। हांडी हुंदा है जिसदे विच खाना पकाया जाता है, हांडी काट की लकड़ी, काठ की लकड़ी उस लकड़ी दी दे बर्तन की तरह है, हांडी की तरह है। इत्थे शरीर नूं बाणी विच कई जगह ते मिट्टी दा भांडा, लकड़ी दा पोतरा, कई जगह ते इस शब्दावली नाल संबोधित किया गया है। तो कबीर साहब की शब्दावली है, कबीर साहब वही समझा रहे हैं, कह रहे हैं जिहड़ी काया है ना, जिहड़े शरीर दे उत्ते तू मान कर रहा है, जिहदे मोह विच फस के तू दुनियावी खिच विच फसिया होया है, दुनिया विच खचित होया पिया है और दीन नूं विसार लिया, प्रभु नूं विसार लिया। तू उन्नू विसार के इस काया नूं संभालण लई, इस शरीर नूं संभालण लई, इस शरीर दे मोह पिछे तू अनेकां विकार सहेड़ लेने, अनेकां दुख सहेड़ रहे हैं, आत्मक मौत मरदा जा रहे हैं। जिहड़ी गल पहली पंक्ति आई उस प्रभु नूं विसार दिता है। कहंदे ने मनुख कहता ना कर, ये गुनाह है, क्योंकि ये जीवन जेड़ा है ना, ये जो शरीर है, मनुखा शरीर है, ये बहुत एक करतार दी कृपा नाल तेनू प्राप्त होया है, तेनू इस करतार दी कृपा नाल प्राप्त होया। कहंदे ने काया हांडी काट की ना ओ चरे बहोर, जिवें लकड़ी दा कोई बर्तन होए, हांडी होए, उसनू एक बार चूल्हे ते चढ़ा दिता जाए तो दोबारा चढ़न लायक नहीं रहिंदी, क्योंकि लकड़ी अपने आप ही बालन है, उन्हें सड़ जाना है। ते जिहड़ा मनुखा शरीर है, इहदा एक मकसद है, एक मियाद है, एक समा मिलिया है तेनू, और उस समा मिलिया है जिहड़ा मकसद है उसनू पूरा करन लई। वो मकसद है गोबिंद मिलन, वो मकसद है रब्बी गुण धारण करन लई। हुण जिन्हां ने कर्मां विच लग के ये जिहड़ा दुर्लभ अमोलक शरीर है उसनू मलीन कर दिता है, उसनू गंदा कर लिया है, परमात्मा दे नाम नाल नहीं जुड़े, बंदगी नहीं की, सिफत सलाह नहीं की, उसके नाम नू नहीं सिमरिया, भाव उहदे गुनाह नू धारण नहीं किया। उन्होंने अपने जीवन नू व्यर्थ कर लिया, उन्होंने अपने जीवन नू आत्मक मौत वल प्रेर लिया और धीरे धीरे जीवन आत्मक मौत मरदा जा रहा है। क्योंकि ये देह जिहड़ी है, कबीर साहब कहंदे ने काठ वर्गी है, एक बार चूल्हे ते चढ़ जाए, भाव एक बार ये जीवन मिल गया, फिर पता नहीं कितनी जूना तो बाद मिलना है, नहीं मिलना, और मिलिया भी तेनों ओदी किरपा नाल है, पता नहीं ओदी किरपा फिर होनी है नहीं होनी, कोई दावा नहीं, फिर पता नहीं है प्राप्ति होनी है नहीं होनी। कबीर साहब दे राही ही धन धन गुरु ग्रंथ साहिब जी साडे ते बख्शिश करते ने, गुरु पातशाह ने कबीर साहब दे राही सानू समझाया। कहंदे ने यही तेरा अवसर, यह तेरी बार, कट पीतर तू देख विचार, कट पीतर तू देख विचार।
कहते ने ये जिहड़ा अवसर है इहनूं व्यर्थ ना कर, ये बहुत नमोलक अवसर मिलिया तैनूं। ये उठ समा मिलिया जिस विच तू उस प्रभु नाल भेद हो सकता है, क्योंकि मनुखा जीवन ही एक ऐसा जून है जिथे मनुख जन्म मरण दे गेड़ तो बाहर आ सकता है, जिथे गुरु दी शरण विच आके जींदियां जी जीवन नूं बंधना तो खलासी पा के ओदी मेहर दा पात्र बन के जन्म मरण दे गेड़ विचों बाहर आ सकता है। ते कबीर साहब साडे ते बख्शिश करते ने, जिहड़ी गल कबीर साहब ने इत्थे कही होर भी थां बाणी दे राहीं बाणी विच गुरु ग्रंथ साहिब जी विच कई बार सानू प्रेरणा बख्शी। ये मानस जिहड़ी देही है करतार दी किरपा नाल मिलदा सी, रोज दर्शन करदे हां पई प्राप्त मानुक ते हुरिया गोबिंद मिलन की ए तिक। मिलिया किस लिए? गोबिंद मिलन लई। कबीर साहब कहंदे ने गुर सेवा ते भगत कमाई। मिली है भगत दी कमाई लई, भगती करन लई, बंदगी करन लई। गुर सेवा ते भगत कमाई तब है मानस देही आई, इस देही को सिमरै देव। ਉਹਨਾਂ ਨੂੰ ਤਾਂਗ ਲੱਗੀ ਹੋਈ ਹੈ, ਕਹਿੰਦੇ ਦੇਵਤਿਆਂ ਨੂੰ ਤਾਂਗ ਲੱਗੀ ਹੋਈ ਹੈ, ਉਹ ਤਰਸ ਰਹੇ ਨੇ ਇਸ ਲਈ। ਕਿਉਂ? ਕਿਉਂਕਿ ਇਹ ਭਵਸਾਗਰ ਤੋਂ ਬਾਹਰ ਜਾਣ ਦਾ, ਪਾਰ ਉਤਾਰਾ ਹੋਣ ਦਾ, ਪ੍ਰਭੂ ਨਾਲ ਮਿਲਾਪ ਦਾ ਇੱਕੋ ਇੱਕ ਰਸਤਾ ਹੈ ਮਨੁੱਖਾ ਜੂਨ, ਸੋ ਦੇਈ ਭਜ ਹਰ ਕਿਸੇ। ਤੇ ਇਸ ਸਰੀਰ ਨੂੰ ਲਗਾਣਾ ਕਿੱਥੇ ਹੈ? ਉਸ ਦੀ ਸੇਵਾ ਵਿੱਚ ਲਾਣਾ। ਕਈ ਜਨਮਾਂ ਨੂੰ ਭੁਗਤ ਕੇ, ਕਈ ਜਨਮਾਂ ਤੋਂ ਹੁੰਦਿਆਂ ਹੋਏ ਮਨੁੱਖਾ ਜੂਨ ਮਿਲੀ ਹੈ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਰਾ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰ। ਬਾਰ ਬਾਰ ਗੁਰੂ ਪਾਤਸ਼ਾਹ ਸਮਝਾਉਂਦੇ ਨੇ ਕਿੰਨੀਆਂ ਜੋਨਾਂ ਭੁਗਤ ਕੇ ਅਸੀਂ ਆਏ ਮਿਲ, और मकसद की है मिले जगदीश मिलन की चिरंकाल ਇਹ ਦੇ ਸੰਜਰੀ। मकसद है गोबिंद मिलन की तेरी परिया, पर ਅਸੀਂ ਭੁੱਲੇ ਜਾ ਰਹੇ ਹਾਂ, ਅਸੀਂ ਭੁੱਲੇ ਜਾ ਰਹੇ ਹਾਂ। रोज समझाते ने गुरु पातशाह, रोज अरदास ਅਸੀਂ ਬਾਣੀ ਪੜ੍ਹਦੇ ਹਾਂ, रोज शुकराने ਨਾਲ जुड़ते हैं, रोज गुरु ਦੇ प्यार ਲੈਣ ਦਾ ਯਤਨ ਕਰਦੇ ਹਾਂ। ਉੱਥੇ रोज समझाते ने अवर काज तेरे किते ना काम, मिल साध संगत पज केवल नाम। चेतावनी देंदे ने, समझाते ने करना की है, सरंजाम लाग भौजल तरन के। समझाते ने कि इस भवसागर तो बाहर निकलन का अपना इंतजाम कर लै, नहीं तो जन्म बिरथा जात रंग माया के। माया दे रंग विच जन्म ने बिरथा हो जाना। कूड़ मिठा कूड़ मक्खियो कूड़ डूबे पूर। रोज दर्शन करते हैं असी, पर मिठे जहर तो असी बचते नहीं। समझदे होए भी असी मिठे जहर विच, शहद जिस तरह दे जहर विच, उस मिथ्या दे पिछे दौड़ दौड़ के जीवन नूं बिरथा कर लैने। ਅਸੀਂ ਉਹੀ करते जा रहे हैं। जीवन का ਜਿਹੜਾ ਸਾਡਾ सिद्धांत बन गया, जीवन का ਜਿਹੜਾ ਸਾਡਾ मकसद बन गया, जीवन की ਜਿਹੜੀ अवस्था बन गई वो बन गई है रहन गवाए। गवाए सोए कै दिवस गवाया खाए, हीरे जैसा जन्म है थोड़ी बदले जाए। करना सी हीरिया दा वनज, करना सी खजानिया दा वनज। बंजारे बन के आए सी, वनज करन आए सी, पर कोडियां बदले ही हीरे वेच आए। कोडियां बदले हीरे तो वंजे रह गए। ये जन्म हीरे वर्गा है जिथे हीरिया दा वनज करना है, प्रभु दे गुनाह दा वनज करना है। आज गल सारी वही होनी है, प्रभु दे गुनाह दा वनज करना है। जे प्रभु दे गुनाह दा वनज नहीं किया तो फिर कोडियां ही मिलनियां ने, कोडियां ही मिलनियां ने। कल भी गल की थी ना, मूर्ख गणत गणाए झगड़ा पाया। क्योंकि जेड़ा लेजर मेंटेन हो रहा है वो साडे कर्मां दा, ते जिथे जिथे अपनी मूर्खता दे नाल असीं उस लेजर नूं विच अपने कुकर्म दर्ज करा रहे हैं, उत्थे उस प्रभु नाल झगड़ा ही हो रहा है, उस तो दूरी बन रही है, दीवार होर मजबूत होंदी जा रही है। जिथे प्यार करना उत्थे झगड़ा कर रहे हैं।
जिथे हीरिया दा वनज करना उत्ते कोडियां पिछे जन्म नूं बर्बाद कर रहे। मनुखा जन्म दा मनोरथ समझांदियां होइयां कबीर साहब इत्थे साडे ते बख्शिश करदे ने, कहंदे ने कबीर राम ना ते आयो, मोटी लागी खोर, काया हांडी काठ की ना ओ चरे बहोर। कहंदे ने हाले भी संभल जा। पहले भी कबीर साहब ने श्लोकां राहीं बख्शिश कीती सी, गुरु पिता ने बख्शिश कीती सी, समझाया सी कबीर मानस जन्म विलंब है, होए न 12 बार। बानी विच कबीर गुरु साहब बार बार समझाते हैं मानस जन्म दुर्लभ है, गुरमुख पाया। नाल ही कहंदे ने मानस जन्म दुर्लभ है, नाम बिना बिरथा सब जाए। ਅਸੀਂ बार-बार गुरु पातशाह ਸਾਨੂੰ ਸਮਝਾਉਂਦੇ ਨੇ, ਪਰ ਇਹ ਮਤ ਸਮਝਦੀ ਨਹੀਂ। ਹੁਣ ਅੱਗੇ ਸ਼ਲੋਕ ਨੰਬਰ 71 ਵਿੱਚ ਕਬੀਰ ਸਾਹਿਬ ਪ੍ਰਭੂ ਦੇ ਦਰ ਦੀ, ਪ੍ਰਭੂ ਦੇ ਦਰ ਤੇ ਆਪਾ ਗਵਾਨ ਦੀ ਗੱਲ ਕਰਦਿਆਂ ਹੋਇਆਂ ਸਤੀ ਦੀ ਮਿਸਾਲ ਦਿੰਦੇ ਨੇ, ਜਿਹੜੀ ਮਨੋਥ ਹੈ ਸਤੀ ਦੀ, ਗੁਆਂਢੀ ਮਤ ਦੀ ਤੋਂ ਜਿਹੜੀ ਆਈ ਹੈ, ਉਸ ਦੀ ਮਿਸਾਲ ਦਿੰਦਿਆਂ ਹੋਇਆਂ ਸਾਨੂੰ ਸਮਝਾਉਂਦੇ ਨੇ, ਦ੍ਰਿੜ ਕਰਾਉਂਦੇ ਨੇ ਕਿ ਜਿਸ ਮਨੁੱਖ ਨੂੰ ਪ੍ਰਭੂ ਦਰ ਦੀ ਭਗਤੀ ਦੀ ਦਾਤ ਮਿਲਦੀ ਹੈ, ਉਹ ਸਤੀ ਵਾਂਗ ਹੱਸਦਿਆਂ ਖੇਡਦਿਆਂ ਖੁਸ਼ੀ ਨਾਲ ਖਿੜੇ ਮੱਥੇ ਇਸ ਸਰੀਰਕ ਮੋਹ ਨੂੰ ਛੋੜ ਦਿੰਦਾ ਹੈ। आओ दर्शन करिए श्लोक नंबर 71 दे। कबीर ऐसी होए परी, मन को पावत कीन, मरने ते क्या डरपना, जब हाथ सिदोरा लीन। कबीर ऐसी होए परी, मन को पावत कीन। वाह कमाल, कबीर साहब बख्शिश करते ने, कहंदे ने कबीर ऐसी होए परी, ऐसी खेड़ वर्त गई, ऐसी ऐसा कम हो गया, ऐसी होए परी। कहंदे ऐसी मौज बन गई, मन को पावत। कहंदे ने ऐसा कम हो गया, ऐसी खेड़ वर्त गई कि मेरे मन नू पसंद आ गई। हुण ध्यान देना, इत्थे मन दी गल है। मन को पावत, अगे कहंदे ने की नन्ने नू औंकड़ है, एक वचन दी क्रिया है। कीन दा भाव की है? ओदी मेहर करके, ओदी नदर करके उसने ऐसी खेड बना दी, उसने ऐसी कृपा की कि मेरे मन ते विच टिका आ गया। गल मन दी है, मन को पावत। जनरली असीं देखांगे साडा असीं हर गल विच मन नूं लैके आ जाने, हर गल विच मन नूं लैके आने आ। पढ़ाई नहीं हुंदी, मन नहीं करदा, अच्छा काम नहीं हुंदा, मन नहीं करदा, क्योंकि साडा जिहड़ा मन है, जिहड़ा शरीर दा रथवा है, वो शरीर नूं गलत पासे ही प्रेरदा है, वो शरीर नूं गलत पासे ही प्रेरदा है। ਉਹਦੀ वजह है कि संगत जिस तरह ਜਿਹੜਾ मन ਜਿਹੜੀ संगत ਵਿੱਚ ਰਹਿੰਦਾ है, ਉਹ उसी तरह ਦੇ गुण या अवगुण अंदर तैयार करता है, तो उसी ਨੂੰ ही ਅੱਗੇ प्रेरदा है, ਤੇ शरीर उस ते चलदा है। नानक मेर शरीर का इकरत इकरतवा चलान वाला मन है। कबीर साहब ने ਇੱਥੇ ਪਹਿਲੀ ਗੱਲ ਕੀਤੀ, मन को भावत की। नवीं पातशाह ਦਾ ਵੀ ਸ਼ਬਦ ਆਂਦਾ ਹੈ, साधो ए मन गयो न जाए, चंचल तृष्णा संग बसत है, याते थिर ना रहा। ये थिर रहंदा ही नहीं, टिकदा ही नहीं, टिका ही नहीं आंदा इनू। गल ते टिका दी है। ये मनुआ दे दिस्तावदा दूजे पाए खुआया। कई जगह ते गुरु ने भगतां दे राहीं, सिखां दे राहीं साडे ते बख्शिश कीती, भट्टां दे राहीं बख्शिश कीती। ये मन टिकदा ही नहीं। ते गल इत्थे हैगी मन दे टिका दी। कबीर साहब साडे ते बख्शिश करदे ने, सानू कहंदे ने ऐसी होए पई परी मन को भावत कीन। कहंदे ऐसी ओदी खेड वर्त गई, ऐसी उन्हें कृपा की। इत्थे भी गल कृपा दी है। कबीर साहब इत्थे मैं नहीं कह रहे कि मैं कीता, पिछे भी गल आई सी, ना हम किया ना करेंगे।
ਇੱਥੇ ਵੀ ਹੋਈ ਗੱਲ। ਕਬੀਰ ਸਾਹਿਬ ਇੱਥੇ ਕਹਿ ਰਹੇ ਨੇ, ਉਸ ਦਾਤੇ ਨੇ ਮੇਰੇ ਤੇ ਐਸੀ ਮਿਹਰ ਕੀਤੀ, ਐਸੀ ਖੇਡ ਵਰਤਾ ਦਿੱਤੀ ਕਿ ਮੇਰੇ ਮਨ ਨੂੰ ਟਿਕਾ ਗਿਆ, ਐਸੀ ਹੋਈ ਭਰੀ ਅਚੰਭਾ। ਅਸੀਂ ਵਿਸਮਾਦੀ ਪਿੱਛੇ ਗੱਲ ਕਰਦੇ ਸੀ। ਕਬੀਰ ਸਾਹਿਬ ਕਹਿੰਦੇ ਨੇ, ਮੈਂ ਹੈਰਾਨ ਹੋ ਗਿਆ, ਅਜਬ ਖੇਡ ਵਰਤ ਗਈ ਮੇਰੇ ਦਾਤੇ ਨੇ ਮੇਰੇ ਤੇ ਮਿਹਰ ਕਰਕੇ, ਅਜਬ ਮਿਹਰ ਕਰਕੇ ਮੈਨੂੰ ਮੇਰੇ ਮਨ ਨੂੰ ਟਿਕਾ ਬਖਸ਼ ਦਿੱਤਾ, ਮੇਰੇ ਮਨ ਨੂੰ ਟਿਕਾ ਆ ਗਿਆ। ਹੁਣ ਜਦੋਂ ਮਨ ਨੂੰ ਟਿਕਾ ਆ ਗਿਆ, ਜਦੋਂ ਸੁਰਤ ਉਸ ਪ੍ਰਭੂ ਨਾਲ ਜੁੜ ਗਈ, ਜਦ ਗੁਣ ਅੰਦਰ ਧਾਰਨ ਹੋ ਗਏ, ਕਿਉਂਕਿ ਮਨ ਨੂੰ ਟਿਕਾ ਤਦ ਹੀ ਆਣਾ ਹੈ ਜਦ ਅੰਦਰ ਗੁਣ ਧਾਰਨ ਹੋਣੇ ਨੇ, ਜਦੋਂ ਪ੍ਰਭੂ ਦਾ ਪਿਆਰ, ਪ੍ਰਭੂ ਦੀ ਬੰਦਗੀ ਅੰਦਰੋਂ ਸਾਹਮਣੇ ਆਣੀ, ਜਦ ਮਨ ਨੇ ਉਹਨੂੰ ਧਿਆਣਾ ਹੈ, ਜਦ ਮਨ ਨੇ ਉਹਨੂੰ ਚਿਤਾਰਨਾ ਹੈ, ਤਾਂ ਉਹ ਗੁਣਾਂ ਦੀ ਪ੍ਰਤੀਤ ਹੋਣੀ ਹੈ, ਤਾਂ ਸਮਝਿਆ ਜਾਣਾ ਹੈ ਕਿ ਗੁਣ ਪ੍ਰਗਟ ਹੋ ਰਹੇ ਨੇ। ਉਹ ਹੈ ਪ੍ਰੀਤ। ਉੱਠਤ ਬੈਠਤ ਸੋਵਤ ਜਾਗਤ, ਇਹ ਮਨ ਤੁਝੇ ਚਿਤਾਰੇ। ਜਦ ਮਨ ਨੇ ਉਹਨੂੰ ਚਿਤਾਰਨਾ ਹੈ, ਕਹਿੰਦੇ ਜਦ ਮਨ ਵੀ ਟਿਕਾ ਗਿਆ, ਮਰਨੇ ਤੇ ਕਿਆ ਡਰ ਪਨਾ। ਕਹਿੰਦੇ ਨੇ ਹੁਣ ਮੈਨੂੰ ਮਰਨ ਤੋਂ ਕੀ ਡਰ, ਹੁਣ ਇੱਥੇ ਕੋਈ ਸਰੀਰਕ ਮੌਤ ਦੀ ਗੱਲ ਨਹੀਂ ਹੋ ਰਹੀ। ਮਿਸਾਲ ਬੜੀ ਬਾ ਕਮਾਲ ਦਿੱਤੀ ਕਬੀਰ ਸਾਹਿਬ ਨੇ, ਇੱਥੇ ਕੋਈ ਸਰੀਰ ਦੇ ਮਰਨ ਦੀ ਗੱਲ ਨਹੀਂ ਹੋ ਰਹੀ। ਹਾਲਾਂਕਿ ਮਿਸਾਲ ਜਿਹੜੀ ਦਿੱਤੀ ਹੈ ਉਹ ਸਰੀਰਕ ਮੌਤ ਦੀ ਦਿੱਤੀ ਹੈ, ਪਰ ਇੱਥੇ ਸਰੀਰਕ ਮੌਤ ਦੀ ਗੱਲ ਨਹੀਂ ਹੋ ਰਹੀ। ਇੱਥੇ ਗੱਲ ਹੋ ਰਹੀ ਹੈ ਵਿਕਾਰਾਂ ਤੋਂ ਉਪਰਾਮ ਹੋਣ ਦੀ, ਸੰਸਾਰਕ ਮੋਹ, ਤ੍ਰਿਸ਼ਨਾ, ਲੋਭ, ਹੰਕਾਰ, ਕਾਮ ਵਾਸ਼ਨਾਵਾਂ ਤੋਂ ਉਪਰਾਮ ਹੋਣ ਦੀ, ਉਹਨਾਂ ਨੂੰ ਮਾਰਨ ਦੀ। ਮਨ ਨੂੰ ਮਾਰ ਕੇ ਗੁਰੂ ਪ੍ਰਸਾਦੀ ਜੀਵਤ ਮਰੇ, ਹੁਕਮੈ ਪੂਜੈ ਸੋਇ, ਉਹਦੇ ਹੁਕਮ ਵਿੱਚ ਆਣਾ, ਉਹਦੀ ਕਿਰਪਾ ਦੇ ਅਧੀਨ। ਕਿਉਂਕਿ ਪਹਿਲੀ ਗੱਲ ਕੀਤੀ ਉਹਦੀ ਮਿਹਰ ਹੋਈ ਤੇ ਮਨ ਨੂੰ ਟਿਕਾ ਗਿਆ, ਗੁਰ ਪ੍ਰਸਾਦੀ ਜੀਵਤ ਮਰੇ, ਪਿੱਛੇ ਵੀ ਗੱਲ ਆਈ ਸੀ। ਜਦ ਉਹਦੀ ਕਿਰਪਾ ਹੋ ਗਈ ਤੇ ਜਿੰਦਿਆਂ ਜੀ ਬੰਦ ਖਲਾਸੀ ਹੋ ਗਈ, ਜਿੰਦਿਆਂ ਜੀ ਬੰਧਨਾਂ ਤੋਂ ਖਲਾਸੀ ਮਿਲ ਗਈ, ਜਿੰਦਿਆਂ ਜੀ ਜਿਹਨੂੰ ਜੀਵਨ ਮੁਕਤ ਕਿਹਾ ਹੈ ਬਾਣੀ ਵਿੱਚ, ਮਰ ਜੀਵੜਾ ਕਿਹਾ ਹੈ ਬਾਣੀ ਵਿੱਚ। ਫਿਰ ਹੁਕਮ ਹੈ ਬੂਝੈ ਸੋਏ, ਉਹੀ ਹੈ ਵਿਰਲਾ, ਉਹੀ ਹੈ ਗੁਰੂ ਦਾ ਭਗਤ ਜਿਸ ਤੇ ਕਿਰਪਾ ਹੋਈ, ਜੋ ਗੁਰੂ ਦੀ ਮਿਹਰ ਦਾ ਪਾਤਰ ਬਣਿਆ, ਜਿਹਦਾ ਮਨ ਟਿਕਾ ਵਿੱਚ ਆ ਗਿਆ, ਤੇ ਫਿਰ ਹੁਕਮ ਬੁੱਝਿਆ ਗਿਆ। ਜਦੋਂ ਹੁਕਮ ਬੁੱਝਿਆ ਗਿਆ ਤੇ ਮਾਨੋ ਪ੍ਰਭੂ ਦੇ ਦੀਦਾਰ ਹੋ ਗਏ, ਮਾਨੋ ਪ੍ਰਭੂ ਦਾ ਨਾਲ ਪ੍ਰੀਤ ਜੁੜ ਗਈ। ਗੱਲ ਆਈ ਸੀ ਨਾ ਹੋ ਨਾ ਮੈਂ, ਨਾ ਹੋ ਨਾਨਕ ਸ਼ਬਦ ਵਿਚਾਰ। ਜਦੋਂ ਅੰਦਰੋਂ ਮੈਂ ਖਤਮ ਹੀ ਹੋ ਗਈ, ਫਿਰ ਤੂੰ ਕਰਤਾ, ਤੂੰ ਹਾ ਮੁਝ में रहा ना हूं। जब अंदरों मैं ही खत्म हो गई, मेरा अपनी होंद ही खत्म हो गई, मेरी अंदर दी होम ही खत्म हो गई, तो फिर लेकिन होया किस तरह, नानक शब्द विचार। कल भी असी दर्शन किते सन, शब्द दे राही, शब्द दे लड़ लग के, शब्द दे विच रंग के, ਉਹਦੀ ਕਿਰਪਾ ਦਾ ਪਾਤਰ ਬਣ ਕੇ ਮਨ ਨੂੰ ਟਿਕਾ ਆਇਆ। ਕਦੇ ਗੁਰੂ ਪਾਸ਼ਾ ਕਹਿੰਦੇ ਨਾਨਕ ਐਸੀ ਮਰਨੀ, ਜੋ ਮਰੇ ਤਾਂ ਸਦ ਜੀਵਨ ਹੋਏ। ਅਸਲੀ ਜੀਵਨ ਤੇ ਉਹ, ਜਿੱਥੇ ਪਿੱਛੇ ਗੱਲ ਕੀਤੀ ਆਤਮਕ ਮੌਤ ਮਰਨ ਦੀ, ਇੱਥੇ ਆਤਮਕ ਜੀਵਨ ਦੀ ਗੱਲ ਕਰ ਰਹੇ ਨੇ। ਕਹਿੰਦੇ ਨੇ ਉਹਦੀ ਕਿਰਪਾ ਨਾਲ ਮੇਰਾ ਮਨ ਟਿਕਾ ਵਿੱਚ ਆ ਗਿਆ ਤੇ ਮੈਨੂੰ ਆਤਮਕ ਆਨੰਦ ਮਿਲ ਗਿਆ, ਆਤਮਕ ਮੌਤ ਮਰਨ ਤੋਂ ਮੈਂ ਬਚ ਗਿਆ। ਮੈਨੂੰ ਹੁਣ ਮੈਨੂੰ ਜਿਹੜਾ ਵਿਕਾਰਾਂ ਨੂੰ ਮਾਰ ਕੇ ਉਪਰਾਮ ਹੋ ਕੇ ਜੀਵਨ ਆਨੰਦ ਪ੍ਰਾਪਤ ਕਰਨਾ ਸੀ, ਮੈਨੂੰ ਉਹ ਮਿਲ ਗਿਆ। ਤੇ ਮੈਨੂੰ ਇਹਨਾਂ ਨੂੰ ਮਾਰਨ ਦਾ ਕੀ ਡਰ, ਮੈਨੂੰ ਹੁਣ ਕੋਈ ਡਰ ਨਹੀਂ। ਨਾਲ ਮਿਸਾਲ ਦਿੱਤੀ, ਜਬ ਹਾਥ ਸਿਧੋਰਾ ਇੱਥੇ ਮਿਸਾਲ ਦਿੱਤੀ ਸਤੀ ਦੀ, ਜਿਹੜੀ ਮਨੋਤ ਹੈ, ਜਿਹੜੇ ਸਨਾਤਨ ਮਤੀ ਤੋਂ ਆਈ ਹੈ, ਉੱਥੇ ਮਨੋਤ ਹੈ। ਹੁਣ ਤੇ ਖੈਰ ਉੱਥੇ ਵੀ ਖੰਡਿਤ ਕੀਤਾ ਜਾ ਰਿਹਾ ਬਹੁਤ ਹੱਦ ਤੱਕ, ਪਰ ਪ੍ਰਚਲਿਤ ਜਿਹੜੀ ਮਨੋਤ ਅੱਜ ਵੀ ਹੈ ਬਹੁਤ ਜਗ੍ਹਾ ਤੇ,
ਹੁਣ ਉੱਥੇ ਪਤੀ ਦੇ ਮਰਨ ਤੇ ਉਸ ਦੇ ਨਾਲ ਇਸਤਰੀ ਨੇ ਵੀ ਚਿਤਾ ਦੇ ਨਾਲ ਸੜ ਮਰਨਾ ਹੁੰਦਾ ਹੈ, ਉਹਨੇ ਵੀ ਆਪਣੇ ਆਪ ਨੂੰ ਸਾੜਨਾ ਹੈ। ਉਸ ਦੀ ਮਿਸਾਲ ਇੱਥੇ ਕਬੀਰ ਸਾਹਿਬ ਨੇ ਦਿੱਤੀ। ਕਹਿੰਦੇ ਨੇ ਜਿਸ ਤਰ੍ਹਾਂ ਇਹ ਪਤੀ ਦੇ ਮਰਨ ਤੇ ਹੱਥ ਵਿੱਚ, ਹੁਣ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇੱਥੇ ਜਿਹੜੀ ਸਿਦੋਰਾ ਦੀ ਗੱਲ ਕੀਤੀ, ਉਹ ਸਿੰਦੂਰ ਦੀ ਕੀਤੀ, ਸਿੰਦੂਰ ਭਰੇ ਨਲੀਅਰ ਭਾਵ ਨਾਰੀਅਲ ਦੀ। ਇੱਥੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ, ਗਿਆਨੀ ਹਰਬੰਸ ਸਿੰਘ ਜੀ ਨੇ ਇਹ ਗੱਲ ਕੀਤੀ, ਪਰ ਜਦੋਂ ਅਸੀਂ ਮਹਾਨ ਕੋਸ਼ ਦੇ ਦਰਸ਼ਨ ਕਰਦੇ ਹਾਂ ਤੇ ਉੱਥੇ ਗੱਲ ਥੋੜਾ ਜਿਹਾ ਅਲੱਗ ਆ ਜਾਂਦੀ। ਉੱਥੇ ਸਿਦੋਰਾ ਦਾ ਮਤਲਬ ਸਿੰਦੂਰ ਹੀ ਦੱਸਿਆ, ਗੱਲ ਕਰਾਂਗੇ ਹਾਲੇ। ਤੇ ਵਿੱਚ ਹੁਣ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਅਨੁਸਾਰ ਜਿਵੇਂ ਪਤੀ ਦੇ ਮਰਨ ਤੇ ਹੱਥ ਵਿੱਚ ਸਿੰਦੂਰ ਦਾ ਭਰਿਆ ਹੋਇਆ ਨਾਰੀਅਲ ਲੈ ਕੇ ਇਸਤਰੀ ਐਲਾਨ ਕਰਦੀ ਹੈ ਔਰ ਉਹ ਚਿਤਾ ਤੇ ਜਾ ਕੇ ਬੈਠ ਜਾਂਦੀ ਹੈ, ਔਰ ਉਸਦੇ ਅੰਦਰੋਂ ਜਿਹੜਾ ਮਰਨ ਦਾ ਡਰ ਹੈ ਉਹ ਖਤਮ ਹੋ ਜਾਂਦਾ ਹੈ। ਉਸ ਤਰ੍ਹਾਂ ਹੀ ਕਬੀਰ ਸਾਹਿਬ ਇੱਥੇ ਕਹਿੰਦੇ ਨੇ ਕਿ ਜੇ ਮਨੁੱਖ ਨੂੰ ਪ੍ਰਭੂ ਦੀ ਮਨ ਭਾਉਂਦੀ, ਉਹ ਭਗਤੀ, ਉਹ ਗੁਣ, ਉਹ ਬਖਸ਼ਿਸ਼ ਹੋ ਜਾਏ, ਉਹਦੀ ਮਿਹਰ ਹੋ ਜਾਏ, ਮਨ ਕੋ ਭਾਵਤ ਕੀਨ, ਉਹ ਬਖਸ਼ਿਸ਼ ਹੋ ਜਾਏ, ਜਿਸ ਉੱਤੇ ਉਹ ਅਜਬ ਮਿਹਰ ਹੋ ਜਾਏ, ਜਿਸ ਉੱਤੇ ਉਹਦੀ ਕਿਰਪਾ ਹੋ ਜਾਏ, ਉਹਦੀ ਨਜ਼ਰ ਹੋ ਜਾਏ, ਉਹਦੀ ਤਰਸ ਭਰੀ ਨਜ਼ਰ ਪੈ ਜਾਏ, ਉਹ ਮਨੁੱਖ ਵੀ ਖੁਸ਼ੀ ਆਪਾ ਗਵਾਉਣ ਨੂੰ ਤਿਆਰ ਹੋ ਜਾਂਦਾ ਹੈ। ਉਹ ਇਸ ਸੰਸਾਰਕ ਮੋਹ ਤੋਂ, ਉਹ ਇਸ ਤ੍ਰਿਸ਼ਨਾ ਤੋਂ, ਇਸ ਲੋਭ ਤੋਂ, ਇਸ ਸੰਸਾਰ ਤੋਂ, ਇਸ ਹਉਮੈ ਤੋਂ ਉਪਰਾਮ ਹੋਣ ਨੂੰ ਤਿਆਰ ਹੋ ਜਾਂਦਾ ਹੈ। ਉਹ ਆਪਾ ਗਵਾ ਦਿੰਦਾ ਹੈ, ਆਪਣੀ ਆਇਡੈਂਟੀਟੀ ਨੂੰ ਭੁੱਲ ਜਾਂਦਾ ਹੈ। ਉਹਨੂੰ ਹਰ ਤਰਫ ਉਸ ਪ੍ਰਭੂ ਦੇ ਦੀਦਾਰ ਹੁੰਦੇ ਨੇ। ਹੁਣ ਗੱਲ ਆਉਂਦੀ ਹੈ ਜਿਹੜੀ ਇਹ ਮਨੋਤ ਹੈ। ਮਨੋਤ ਇਹ ਹੈ ਕਿ ਬੇਸਿਕਲੀ ਜਿਹੜੀ ਪਿੱਛੇ ਇਹਨਾਂ ਦੀ ਮਨੋਤ ਹੈ, ਉਸ ਅਨੁਸਾਰ ਜਿਹੜਾ ਇਹਨਾਂ ਦਾ ਗ੍ਰੰਥ ਕਹਿੰਦੇ ਨੇ ਉਹ ਹੈਗਾ ਕਿ ਦੁਰਗਾ ਦੇਵੀ ਨੇ ਆਪਣੇ ਪਿਤਾ, ਜਿਹੜੇ ਦਕਸ਼, ਉਹਨਾਂ ਦਾ ਪਿਤਾ ਸੀ ਦਕਸ਼ ਦੁਆਰਾ, ਉਸਨੇ ਜਦੋਂ ਮਹਾਦੇਵ ਸ਼ਿਵ ਨੂੰ ਅਪਮਾਨਿਤ ਕੀਤਾ ਤੇ ਉਸ ਅਪਮਾਨ ਦੀ ਵਜ੍ਹਾ ਨਾਲ ਕ੍ਰੋਧਿਤ ਹੋ ਕੇ, ਗੁੱਸਾ ਖਾ ਕੇ, ਉਸਨੇ ਉਸੇ ਅਗਨੀ ਵਿੱਚ ਕੁੱਦ ਕੇ ਆਪਣਾ ਆਤਮਦਾ ਕਰ ਲਿਆ, ਭਾਵ ਸੁਸਾਈਡ ਕਰ ਲਿਆ। ਹੁਣ ਇਸ ਨੂੰ ਜਿਹੜੀ ਪਵਿੱਤਰਤਾ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਇਹ ਦੇਵੀ ਦਾ ਰੂਪ ਲੈ ਕੇ, ਦੁਰਗਾ ਦਾ ਰੂਪ ਲੈ ਕੇ, ਇਹ ਸਤੀ ਪ੍ਰਥਾ ਵਿੱਚ ਜਦੋਂ ਇਸਤਰੀ ਆਪਣੇ ਪਤੀ ਦੇ ਮਰ ਜਾਣ ਤੇ ਉਸਦੀ ਚਿਤਾ ਨਾਲ ਬੈਠ ਕੇ, ਉਹ ਚਿਤਾ ਤੇ ਬੈਠ ਕੇ ਆਪਣੇ ਆਪ ਨੂੰ ਉਸ ਅਗਨੀ ਦੇ ਹਵਾਲੇ ਕਰ ਦਿੰਦੀ ਹੈ ਤੇ ਉਹ ਪਵਿੱਤਰ ਹੋ ਜਾਂਦੀ ਹੈ। ਉਹ ਪਵਿੱਤਰਤਾ ਆਪਣੇ ਆਪ ਨੂੰ ਪਵਿੱਤਰ ਦੱਸਦੀ ਹੈ। ਤੇ ਹੁਣ ਜਿੱਥੇ ਗੱਲ ਆਉਂਦੀ ਹੈ ਸਿਦੋਰਾ ਦੀ, ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਹਨੂੰ ਸੰਦੂਰ ਵਾਲਾ ਭਰਿਆ ਹੋਇਆ ਨਾਰੀਅਲ ਕਿਹਾ। ਪਰ ਜਦੋਂ ਅਸੀਂ ਸ਼ਬਦਕੋਸ਼ ਤੇ ਗੱਲ ਕਰਦੇ ਹਾਂ, ਮਹਾਨ ਕੋਸ਼ ਦੀ ਗੱਲ ਕਰਦੇ ਹਾਂ, ਉੱਥੇ ਸੰਦੂਰ, ਭਾਈ ਕਾਨ ਸਿੰਘ ਨਾਭਾ ਜੀ ਨੇ ਉੱਥੇ ਸੰਦੂਰ ਦੀ ਗੱਲ ਕੀਤੀ ਹੈ, ਨਾਰੀਅਲ ਦੀ ਗੱਲ ਨਹੀਂ ਕੀਤੀ। ਉਹਨਾਂ ਨੇ ਸਮਝਾਇਆ ਕਿ ਜਿਹੜੇ, ਕਿਉਂਕਿ ਮਨੋਤ ਵੀ ਇਹੀ ਹੈ ਕਿ ਪਤੀ ਦੇ ਜਦੋਂ ਲਾਸ਼ ਨੂੰ ਲੈ ਜਾਇਆ ਜਾਂਦਾ ਹੈ, ਚਿਤਾ ਤੇ ਲਟਾਇਆ ਜਾਂਦਾ ਹੈ, ਤੇ ਜਲਨ ਵੇਲੇ ਇੱਕ ਥਾਲੀ ਵਿੱਚ ਜਿਹੜੀ ਸਮੱਗਰੀ ਲਗਾਈ ਜਾਂਦੀ ਹੈ, ਉਹ ਸਮੱਗਰੀ ਹੁੰਦੀ ਹੈ ਸ਼ਰੀਫਲ, ਸੰਦੂਰ, ਫੁੱਲ, ਸੁਪਾਰੀ ਅਤੇ ਚੌਲ। ਉਸ ਸਮੱਗਰੀ ਨੂੰ ਤਿਆਰ ਕਰਕੇ, ਇੱਕ ਥਾਲੀ ਵਿੱਚ ਤਿਆਰ ਕਰਕੇ ਪਤੀ ਦੇ ਮੱਥੇ ਉੱਤੇ ਸੰਦੂਰ ਦਾ ਤਿਲਕ ਲਗਾਇਆ ਜਾਂਦਾ ਹੈ। ਬਾਕੀ ਸਮੱਗਰੀ ਜਿਵੇਂ ਦੇਵਤਿਆਂ ਨੂੰ ਅਰਪਿਤ ਕੀਤੀ ਜਾਂਦੀ ਹੈ, ਚੜਾਈ ਜਾਂਦੀ ਹੈ। ਹੁਣ ਫਿਰ ਚਿਤਾ ਦੀ ਪਰਿਕਰਮਾ ਕੀਤੀ ਜਾਂਦੀ ਹੈ, ਔਰ ਫਿਰ ਚਿਤਾ ਤੇ ਬੈਠ ਕੇ ਸੰਦੂਰ ਛਿੜਕ ਕੇ, ਸਾਰਿਆਂ ਲੋਕਾਂ ਉੱਤੇ ਸੰਦੂਰ ਛਿੜਕ ਕੇ ਆਸ਼ੀਰਵਾਦ ਦਿੰਦੀ ਹੈ, ਕਿਉਂਕਿ ਉਹ ਦੇਵੀ ਦਾ ਰੂਪ ਮੰਨੀ ਜਾਂਦੀ ਹੈ। ਆਸ਼ੀਰਵਾਦ ਦੇ ਕੇ ਉਹ ਚਿਤਾ ਦੇ ਉੱਪਰ ਬੈਠ ਕੇ ਪਤੀ ਦੇ ਜਿਹੜਾ ਸਿਰ ਹੈ ਉਸ ਨੂੰ ਗੋਦ ਵਿੱਚ ਲੈ ਕੇ ਉਸ ਸਿਰ ਤੇ ਤਿਲਕ ਲਗਾਉਂਦੀ ਹੈ ਸੰਦੂਰ ਦਾ। ਤੇ ਉੱਥੇ ਗੱਲ ਆਉਂਦੀ ਹੈ ਕਿ ਸੰਦੂਰ ਨੂੰ ਹੱਥ ਵਿੱਚ ਲੈ ਕੇ ਉਹ ਰੈਡੀ ਹੈ, ਉਹ ਅੰਦਰੋਂ ਤਿਆਰ ਹੈ ਕਿ ਹੁਣ ਮੈਂ ਮਰਨਾ ਹੈ। ਤੇ ਕਬੀਰ ਸਾਹਿਬ ਉਹੀ ਐਗਜ਼ਾਮਪਲ ਇੱਥੇ ਲੈ ਰਹੇ ਨੇ। ਗੱਲ ਉਹੀ ਹੈ ਕਿ ਜਿੱਥੇ ਉਸ ਪ੍ਰਭੂ ਦਾ ਨਿਰਮਲ ਭਾਵਨੀ ਹੈ, ਜਿੱਥੇ ਉਹਦੀ ਮਿਹਰ ਹੋ ਜਾਂਦੀ ਹੈ, ਜਿੱਥੇ ਉਹਦੇ ਗੁਣ ਧਾਰਨ ਹੋ ਜਾਂਦੇ ਨੇ, ਜਿੱਥੇ ਉਹਦਾ ਪਿਆਰ ਵਸ ਜਾਂਦਾ ਹੈ, ਉੱਥੇ ਵਿਕਾਰਾਂ ਨੂੰ ਮਾਰਨ ਦਾ ਕੋਈ ਡਰ ਨਹੀਂ ਰਹਿ ਜਾਂਦਾ, ਵਿਕਾਰਾਂ ਤੋਂ ਉਪਰਾਮ ਹੋਣ ਦਾ ਕੋਈ ਡਰ ਨਹੀਂ ਰਹਿ ਜਾਂਦਾ। ਇੱਥੇ ਕੋਈ ਸਰੀਰਕ ਮੌਤ ਦੀ ਗੱਲ ਨਹੀਂ, ਇੱਥੇ ਕੋਈ
वो गल नहीं है। फिर शरीरक मोह तंग नहीं करता, जिहड़ी गल पिछे आई कि विकार रुकावट नहीं बनते। पिछे भी कबीर साहब ने गल की सी, कबीर मोहे मरने का चाओ है, मरो तहर के द्वार। पर नाल ही गल कही, मत हर पूछे कौन है परा हमारे बार। उत्थे भी मेहर दी गल सी कि शायद उहदी तरस भरी नजर पै जाए। गल इत्थे भी है, यही है। गुरु कबीर साहब साडे ते बख्शिश करदियां होइयां सानू समझाउंदे ने कि जिस मनुख नूं प्रभु दर दी भगती दी दात मिल जाए, भाव जिसनूं ओहदी प्रीत मिल जाए, उसकी मेहर हो जाए, वो खुशी खुशी इन विकारां तो उपराम हो जाता है, इन्हां ते जेतू हो जाता है, इन्होंने अपने कंट्रोल विच कर लैंदा, ना कि इन्हां दे कंट्रोल विच अपने जीवन नूं चलाता। गल मेहर दी है। कबीर साहब इत्थे बख्शिश करते हैं कि प्रभु दी मेहर ही मन नूं टिका बख्शती है। ते मनुख ने ओहदे दर दा जिग्यासू बनना है, तरले पाना है। मत हर पूछे कौन है, तरले पाने, जेड़े तरले दी गल पिछे कीती ओही कबीर साहब इत्थे सानू समझा रहे हैं कि जिस वक्त ओदी मेहर हो गई, ओदे दर करदा सेवक बन गया, उस वक्त ते विकार तो उपराम होने में छिन नहीं लगेगा, इस तो डर नहीं लगेगा। उस तरह हो जाएगा जिस तरह सती चिता दे उत्ते बैठ के भी निडर बैठी है, उन्हें कोई डर नहीं। उस तरह ही जीवन इन विकारां तो, अज असीं संसारक मोह, संसारक रिश्तियां, संसारक रुतबियां, संसारक पदार्थां तो दूर होंदियां होइयां डरते हैं। साडा मेन मोह ही होवे, इसलिए सानू दतार तो ज्यादा दाता चंगियां लगदियां, इसलिए असीं असली मकसद नूं भुल्ले बैठे हैं, दीन विसार के बैठे हैं। जिहड़ी साडी जिम्मेवारी है, जिहड़ा साडा फर्ज है, उहनूं भुलाए बैठे हैं। गुरसिख दा ते फर्ज है कि उस परमात्मा दे दर तो गुण धारण करके उसकी शरण विच आके जिहड़े गुण अंदर, जिहड़े गुण अंदर प्रगट होण, वो संसार दे काम आन, वो मनुखता दे काम आन, वो लोकाई दे काम आन। पर असीं अंदर जिहड़ा सहम है, उस करके अपने आप नूं अगे नहीं वधांदे, क्योंकि मन सानू अगे वधन नहीं देता, तो शरीर जब मन ही नहीं वधन देगा तो शरीर कित्थों वधेगा। खैर, कबीर साहब अगे बख्शिश करते हैं, अगे वही गुनाह की गल करदियां होइयां गन्ने की एग्जाम्पल लेंदे ने, गन्ने की मिसाल लेंदे ने, समझाते हैं कि गुनाह के बदले जे आपां भाव मिटाना भी पे तो ਉਹਦੇ ਵਿੱਚ लाभ ही है। गन्ने की मिसाल लेंदे ने, आओ परिदर्शन करिए। कबीर रस को गांडो चूसिए, गुण को मरिए रोए। अब गुनियारे मानसे, पलो न कहिए कोए। कबीर रस को गांडो चूसिए, गुण को मरिए रोए। रस को गांडे, रस नाल भरिया होया जिहड़ा गन्ना हुंदा है, चूसिए भाव जिहड़ा वो कुल्लू विच माफी चाहना, कुल्लू विच भिड़िया जांदा है। ਅਸੀਂ देखने ना मशीन विच रस कड्ढण लई, हुण रस की है, गन्ने दा गुण है, वो गुण है रस, मिठास है। गन्ना जिहड़ा है वो मिठास रखदा है, ਉਹਦਾ गुण जिहड़ा है मिठास है। ते जिहड़ा गन्ना रस नाल भरिया हुंदा है, ਉਹਨੂੰ कुल्लू ਦੇ ਵਿੱਚ भिड़िया ਜਾਂਦਾ है। ਅਸੀਂ मशीन तो देखने ना किस तरह मशीन विच ਉਹਨੂੰ भिड़ के जूस कढ़िया जाता है ਉਹਦਾ। ते कबीर साहब कहते हैं रस को गांडो चूसीए, गुण को मरिए रोए। अगे कहते ने गुनाह दे खातिर उस तरह ही जिस तरह रस जिहड़ा है, जिहड़ा गन्ना जिहड़ा है मिठास का प्रतीक है, जगत ते परोपकार करता है, अपना गुण देंदा है। भिड़ के भी, कोल्लू विच भिड़ के भी, ਉਹਦੇ विच चल के भी, चखड़ी विच चल के भी वो लोकां नूं सुख दिंदा है, मिठास दिंदा है। कहंदे ने ये साडे लई दृष्टांत होना चाहिए, सानू समझना चाहिए। ਅਸੀਂ भी अपने जीवन नूं उस तरह ही मिठास भरिया करिए, उस तरह ही गुण नाल भरिए। वही गुण अंदर होने चाहिए ने। फिर चाहे उन जे फिर चाहे वो गुनाह लई सानू
ਜਿਹੜਾ ਇਹ ਆਪਾ ਭਾਵ ਹੈ ਇਹਨੂੰ ਤਿਆਗਣਾ ਹੀ ਕਿਉਂ ਨਾ ਪਏ। ਮਰੀਏ ਇੱਥੇ ਮਰੀਏ ਉਹੀ ਹੈ ਜਿਹੜਾ ਮਰਨ ਦੀ ਗੱਲ ਹੋ ਰਹੀ ਹੈ। ਆਪਾ ਭਾਵ ਤਿਆਗਣ ਦੀ ਹੈ, ਆਪਾ ਭਾਵ ਤੋਂ ਉਪਰਾਮ ਹੋਣ ਦੀ, ਹਉਮੈ ਨੂੰ ਤੋਂ ਉਪਰਾਮ ਹੋਣ ਦੀ। ਫਿਰ ਚਾਹੇ ਸਾਨੂੰ ਔਗਣਾ ਨੂੰ ਛੱਡਣਾ ਕਿਉਂ ਨਾ ਪਏ, ਰੋਏ ਦਾ ਮਤਲਬ ਹੈ ਔਗਣਾ ਤੋਂ ਦੂਰੀ ਬਣਾਉਣੀ ਕਿਉਂ ਨਾ ਪਏ, ਤਿਆਗਣਾ ਕਿਉਂ ਨਾ ਪਏ, ਕਿਉਂਕਿ ਅਸੀਂ ਸੰਸਾਰਕ ਮੋਹ ਤੋਂ ਹਟਦਿਆਂ ਹੋਇਆਂ, ਉਪਰਾਮ ਹੁੰਦਿਆਂ ਹੋਇਆਂ ਅੱਜ ਸਾਡਾ ਇਹ ਦੁਖਾਂਤ ਹੈ ਕਿ ਅਸੀਂ ਰੋਂਦੇ ਹਾਂ, ਕਿਉਂਕਿ ਮਨ ਇੰਨੀ ਬੁਰੀ ਤਰ੍ਹਾਂ ਨਾਲ ਖਚਿਤ ਹੈ ਮਾਈਕ ਪਰ ਰਸਾਂ ਵਿੱਚ। ਤੇ ਕਬੀਰ ਸਾਹਿਬ ਕਹਿ ਰਹੇ ਨੇ ਮਾਈਕ ਰਸਾਂ ਨੂੰ ਛੋੜ ਕੇ ਜਿਹੜੇ ਰੱਬੀ ਗੁਣ ਨੇ ਉਹਨਾਂ ਨੂੰ ਧਾਰਨ ਕੀਤਾ ਜਾਏ। ਉਹ ਗੁਣਾਂ ਨੇ ਜੀਵਨ ਵਿੱਚ ਲਾਭ ਦੇਣਾ ਹੈ। ਅਸਲੀ ਲਾਹ ਤਦੀ ਲਿਆ ਜਾਏਗਾ ਜਦ ਰੱਬੀ ਗੁਣ ਅੰਦਰ ਹੋਣਗੇ। ਤੇ ਰੱਬੀ ਗੁਣ ਦੇ ਵੱਟੇ ਜੇ ਅੰਦਰੋਂ ਆਪਾ ਕਵਾਵ ਮਾਰਿਆ ਜਾਏ, ਆਪਾ ਭਾਵ ਮਾਰਿਆ ਜਾਏ, ਆਪਣੀ ਹੋਂਦ ਨੂੰ ਜ਼ੀਰੋ ਕੀਤਾ ਜਾਏ, ਆਪਣੀ ਹਉਮੈ ਨੂੰ ਜ਼ੀਰੋ ਕੀਤਾ ਜਾਏ, ਔਗਣਾ ਤੋਂ ਜਿਹੜਾ ਹੈ ਔਗਣਾ ਨੂੰ ਛੱਡਿਆ ਜਾਏ, ਔਗਣਾ ਨੂੰ ਤਿਆਗਿਆ ਜਾਏ, ਤਾਂ ਉਹਦੇ ਵਿੱਚ ਕੋਈ ਗੁਰੇਜ ਨਹੀਂ ਕਰਨਾ ਚਾਹੀਦਾ, ਉਹਦਾ ਲਾਭ ਹੀ ਮਿਲੇਗਾ। ਕਿਉਂਕਿ ਔਗਣ ਆਰੇ ਮਾਨਸੇ, ਕਿਉਂਕਿ ਅਵਗੁਣ ਨਹੀਂ ਆ ਰਹੇ ਮਾਨਸੇ ਭਲੋ ਨਾ ਕਹੀਏ। ਕਿਉਂਕਿ ਜਿਨ੍ਹਾਂ ਦੇ ਅੰਦਰ ਜਿਨ੍ਹਾਂ ਨੇ ਔਗੁਣਾਂ ਦੀ ਗਠੜੀ ਬੰਨੀ ਹੋਈ ਹੈ, ਜੋ ਔਗੁਣਾਂ ਨਾਲ ਭਰੇ ਹੋਏ ਨੇ, ਉਹਨਾਂ ਨੂੰ ਤਾਂ ਵੈਸੇ ਵੀ ਕੋਈ ਭਲਾ ਨਹੀਂ ਚਾਹੁੰਦਾ। ਉਹ ਕਿੱਥੇ ਇੱਜ਼ਤ ਨਹੀਂ ਪਾਉਂਦੇ, ਨਾ ਸੰਸਾਰਕ ਜੀਵਨ ਵਿੱਚ, ਨਾ ਹੀ ਦਾਤੇ ਦੇ ਦਰ ਤੇ। ਉਹਨਾਂ ਨੂੰ ਤਾਂ ਕਿੱਥੇ ਇੱਜ਼ਤ ਮਿਲਦੀ ਨਹੀਂ। ਤੇ ਜੇ ਉਹਨਾਂ ਨੂੰ ਕਿੱਥੇ ਇੱਜ਼ਤ ਮਿਲਣੀ ਨਹੀਂ, ਕਿਉਂਕਿ ਔਗੁਣਾਂ ਦੀ ਵਜ੍ਹਾ ਨਾਲ ਉਹ ਸਭ ਦੇ ਨਾਲ ਧੱਕਾ ਕਰਦੇ ਨੇ, ਸਭ ਨੂੰ ਆਪਣੇ ਤੋਂ ਹੀਨ ਸਮਝਦੇ ਨੇ, ਸਭ ਦੇ ਨਾਲ ਬੁਰਾਈਆਂ ਕਰਦੇ ਨੇ, ਸਭ ਦੀ ਨਿੰਦਿਆ ਬਖੀਲੀ ਵਿੱਚ ਲੱਗੇ ਰਹਿੰਦੇ ਨੇ, ਤੇ ਅਲਟੀਮੇਟਲੀ ਉਹ ਕਿੱਥੇ ਵੀ ਇੱਜ਼ਤ ਨਹੀਂ ਪਾਉਂਦੇ। ਥੋੜੇ ਸਮੇਂ ਲਈ ਹੋ ਸਕਦਾ ਥੋੜੀ ਬਹੁਤ ਇੱਜ਼ਤ ਮਿਲ ਜਾਏ, ਪਰ ਅਸਲੀਅਤ ਸਾਹਮਣੇ ਆਉਣ ਤੇ ਉਹਨਾਂ ਦੀ ਇੱਜ਼ਤ ਉੱਥੇ, ਉਹ ਵੀ ਇੱਜ਼ਤ ਉਹਨਾਂ ਦੀ ਉਹ ਗਵਾ ਬੈਠਦੇ ਨੇ। ਤੇ ਕਬੀਰ ਸਾਹਿਬ ਇੱਥੇ ਸਾਨੂੰ ਬਖਸ਼ਿਸ਼ ਕਰਦੇ ਨੇ, ਸਾਨੂੰ ਅਸਲੀਅਤ ਨਾਲ ਵਾਕਫੀਅਤ ਕਰਾਉਂਦੇ ਨੇ, ਸਾਨੂੰ ਸਮਝਾਉਂਦੇ ਨੇ ਕਿ ਭਾਈ ਰੱਬੀ ਗੁਣਾਂ ਦਾ ਧਾਰਨੀ ਬਣ, ਕਿਉਂਕਿ ਰੱਬੀ ਗੁਣ ਹੀ ਨੇ ਜਿਹੜੇ ਤੈਨੂੰ ਦੁਨੀਆ ਵਿੱਚ ਇੱਜ਼ਤ, ਜਿੰਦਿਆਂ ਜੀ ਇੱਜ਼ਤ, ਜਿੰਦਿਆਂ ਜੀ ਪਿਆਰ, ਰੱਬ ਦਾ ਵੀ ਔਰ ਸੰਸਾਰ ਦਾ ਵੀ, ਔਰ ਸੰਸਾਰ ਤਿਆਗਣ ਤੋਂ ਬਾਅਦ ਉਹਦੇ ਦਰ ਤੇ ਪ੍ਰਵਾਨਗੀ ਵੀ ਦਿਵਾਏਗਾ। ਪਰ ਉਹਦੇ ਲਈ ਤੇਰੀ ਬਿਰਤੀ ਕਿਹੜੀ ਹੋਣੀ ਚਾਹੀਦੀ ਹੈ? ਬਿਰਤੀ ਹੋਣੀ ਚਾਹੀਦੀ ਹੈ ਗੁਨਾਹ ਦੇ ਬਦਲੇ, ਫਿਰ ਚਾਹੇ ਆਪਣੇ ਸੰਸਾਰਕ ਮੋਹ ਤੋਂ ਉਪਰਾਮ ਹੋਣਾ ਪਏ, ਅਵਗੁਣਾ ਤੋਂ ਤਿਆਗਣਾ ਪਏ, ਕੜਵਾ ਕੁੱਟ ਪੀਣਾ ਪਏ, ਜੇ ਕੋਲੂ ਵਿੱਚ ਭਿੜਿਆ ਜਾਏ, ਤੇਰੀ ਭਗਤ ਨਾ ਛੋਡੂ। ਗੱਲ ਗਾਂਦੀ ਹੈ ਨਾ। ਤੇ ਗੁਰੂ ਪਾਤਸ਼ਾਹ ਇੱਥੇ ਹੋਈ ਕਹਿੰਦੇ, ਕਬੀਰ ਸਾਹਿਬ ਇੱਥੇ ਹੀ ਬਖਸ਼ਿਸ਼ ਕਰਦੇ ਨੇ। ਉੱਥੇ ਵੀ ਕਬੀਰ ਸਾਹਿਬ ਨੇ ਕਿਹਾ ਤੇਰੀ ਭਗਤ ਨਾ ਛੋਡੂ ਚਾਹੇ ਲੋਕ, ਫਿਰ ਚਾਹੇ ਦੁਨੀਆ ਜੋ ਮਰਜ਼ੀ ਕਹੇ। ਇੱਥੇ ਕਿਉਂਕਿ ਇਹ ਔਖੀ ਘਾਟੀ ਹੈ, ਗੁਣ ਧਾਰਨ ਕਰਨਾ ਇੱਕ ਔਖੀ ਘਾਟੀ ਹੈ। ਬਾਣੀ ਵਿੱਚ ਵੀ ਗੁਰੂ ਸਾਹਿਬ ਸਾਨੂੰ ਜੁਗਤ ਸਮਝਾਉਂਦੇ ਨੇ, ਕਹਿੰਦੇ ਨੇ ਗੁਨਾਹ ਕੋ ਹੋਵੇ ਵਾਸੁਲਾ ਕਟਵਾਸ ਲਈ ਜਾਏ। ਗੱਲ ਤੇ ਗੁਨਾਹ ਦੀ ਹੈ, ਕਿਉਂਕਿ ਵਿਨ ਗੁਣ ਕੀਤੇ ਭਗਤ ਨਾ ਹੋਏ। ਜਦ ਤੱਕ ਅੰਦਰ ਰੱਬੀ ਗੁਣ ਨਹੀਂ, ਉਸਦੇ ਨਾਲ ਭਗਤੀ ਨਹੀਂ ਹੋ ਸਕਦੀ, ਉਹਦੇ ਨਾਲ ਪਿਆਰ ਨਹੀਂ ਬਣ ਸਕਦਾ। ਔਰ ਰੱਬੀ ਗੁਣ ਪ੍ਰਗਟ ਤਾਂ ਹੀ ਹੋਣੇ ਨੇ ਜਦ ਦੀਵਾਰ ਟੁੱਟ ਹਟੇਗੀ। ਜਦ ਤੱਕ ਇਹ ਨਾਮ ਧੰਦਾ ਖਜ਼ਾਨਾ ਨਹੀਂ ਅੰਦਰ ਜਾਏਗਾ, ਜਦ ਤੱਕ ਇਹ ਗੁਰੂ ਦੀ ਸਿੱਖਿਆ ਅੰਦਰ ਨਹੀਂ ਜਾਏਗੀ, ਜਦ ਤੱਕ ਅੰਦਰ ਇਸ਼ਨਾਨ ਨਹੀਂ ਹੋਏਗਾ, ਜਦ ਤੱਕ ਅੰਦਰ ਇਹ ਮਲੀਨਤਾ ਦੂਰ ਨਹੀਂ ਹੋਏਗੀ। ਗੁਰੂ ਪਾਤਸ਼ਾਹ ਵੀ ਸਮਝਾਉਂਦੇ ਨੇ ਗੁਨਾਹ ਕੋ ਹੋਵੇ ਵਾਸੁਲਾ ਕਢਵਾਸ ਲਈ ਜੈ, ਜੇ ਗੁਣ ਹੋਵੇ ਸਾਜ ਨਾ ਮਿਲ ਸਾਜ ਕਰੀ ਜੈ, ਸਾਜ ਕਰੀ ਜੈ ਗੁਨਹ ਕੇਰੀ ਛੋੜ ਅਵਗੁਣ ਚਲੀਏ, ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮਲੀਏ। ਤਦ ਜਾ ਕੇ ਜਿੱਤ ਹੋਏਗੀ, ਤਾਂ ਜਾ ਕੇ ਜਿੱਤ ਹੋਏਗੀ। ਜਦ ਸੋਨੇ ਉਦਮ ਕੀਤੇ ਜਾਣਗੇ, ਜਦ ਪ੍ਰੇਮ ਅੰਦਰ ਪ੍ਰਗਟ ਹੋਏਗਾ, ਤਾਂ ਜਾ ਕੇ ਜਿੱਥੇ ਜਾਏ ਬਈਏ ਭਲਾ ਕਹੀਏ ਚੋਲ ਅੰਮ੍ਰਿਤ ਪੀਜੇ। ਗੁਨਾਹ ਕੋ ਹੋਵੇ ਵਾਸੁਲਾ ਕਢਵਾਸ ਲਈ ਜੈ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਗੁਨਾਹ ਦਾ ਸਾਰ ਹੈ ਨਿਮਰਤਾ। ਪਰ ਨਿਮਰਤਾ ਨਹੀਂ ਤਦੋਂ ਜਦੋਂ ਆਪਾ ਭਾਵ ਹਟੇਗਾ, ਜਦ ਅੰਦਰ ਸੰਤੋਖ ਆਏਗਾ, ਜਦ ਆਪਣੀ ਹੋਂਦ ਖਤਮ ਹੋਏਗੀ। ਤੇ ਕਬੀਰ ਸਾਹਿਬ ਉਹ ਗੁਨਾਹ ਦਾ ਮਨੋਰਥ ਸਮਝਾਉਂਦੇ ਹੋਏ ਸਾਡੇ ਤੇ ਬਖਸ਼ਿਸ਼ ਕਰਦੇ ਨੇ ਕਿ ਗੁਨਾਹ ਦੇ ਵੱਟੇ ਜੇ ਸੰਸਾਰਕ ਮੋਹ ਨੂੰ ਤਿਆਗਣਾ ਪਏ, ਜੇ ਅੰਦਰ ਆਪਾ ਭਾਵ ਤਿਆਗਣਾ ਪਏ, ਤੇ ਉਹਦੇ ਲਈ ਗੁਰੇਜ ਨਹੀਂ ਕਰਨਾ, ਕਿਉਂਕਿ ਅਵਗੁਨਾਰੇ ਦੀ ਆਪਣੀ ਕੋਈ ਹੋਂਦ ਨਹੀਂ, ਕੋਈ ਵਜੂਦ ਨਹੀਂ। ਉਹ ਸੰਸਾਰਕ ਤਲ ਤੇ ਵੀ ਇੱਜ਼ਤ ਨਹੀਂ ਪਾਉਂਦਾ ਤੇ ਦਰਗਾਹ ਤੇ ਵੀ ਇੱਜ਼ਤ ਨਹੀਂ ਪਾਉਂਦਾ। ਇਸ ਲਈ ਔਗਣਾ ਤੋਂ ਬਚਣ ਦੀ ਲੋੜ ਹੈ।
ਹੁਣ ਅੱਗੇ ਦਰਸ਼ਨ ਕਰਦੇ ਆ, ਕਬੀਰ ਸਾਹਿਬ ਸਾਡੇ ਤੇ ਬਖਸ਼ਿਸ਼ ਕਰਦੇ ਨੇ। 2 ਮਿੰਟ ਹੋਰ ਲਵਾਂਗੇ। ਕੱਚੇ ਘੜੇ ਦੀ ਮਿਸਾਲ ਦੇ ਕੇ ਸਾਨੂੰ ਸਰੀਰ ਦੀ ਪਾਈਆਂ ਸਮਝਾਉਂਦੇ ਨੇ, ਹੋਂਦ ਸਮਝਾਉਂਦੇ ਨੇ। ਕਹਿੰਦੇ ਨੇ ਆਓ ਦਰਸ਼ਨ ਕਰੀਏ। ਕਬੀਰ ਗਾਗਰ ਜਲ ਪਰੀ आज काल जे है फूट, कबीर गागर जल परी आज काल जे है फूट, गुर जो नाचते आपने अदमा लीजिए के लूट, गुर जो नाचते आपने अदमाज लीजिएंगे लूट। कबीर साहब घड़े दी एग्जाम्पल दिंदे ने, कहंदे ने गागर जल पर जिहड़ी ये शरीर रूपी गागर है उस मिट्टी दे घड़े की तरह है जिहदे विच श्वासा दी पूंजी पई हुई है, ओदी मियाद बड़ी घट है। आज काल जे है फूट, कदी भी फुट जाएगा, ये घड़ा टुट जाएगा, एदी ज्यादा मियाद नहीं, एदी ज्यादा नहीं। कहंदे ने गुर जो ना चेते आपने, ਜਿਹੜੇ ਆਪਣੇ ਗੁਰੂ ਨੂੰ ਵਿਸਾਰ ਦਿੰਦੇ ਨੇ, ਜਿਹੜੇ ਆਪਣੇ ਗੁਰੂ ਦੇ ਨਾਲ ਪਿਆਰ ਨਹੀਂ ਬਣਾਉਂਦੇ, ਕਿਉਂਕਿ ਇਹ ਜੋਤ ਉਹਦੀ ਹੈ। ਜੇ ਜੋਤ ਨੇ ਅੱਡ ਹੋ ਜਾਣਾ ਹੈ ਤੇ ਸਰੀਰ ਮਿੱਟੀ ਦਾ ਭਾਂਡਾ ਹੈ, ਇਹਦੀ ਆਪਣੀ ਕੋਈ ਹੋਂਦ ਨਹੀਂ। ਕਈ ਵਾਰੀ ਬਾਣੀ ਚ ਗੱਲ ਹੋਈ, ਸਮਝਾਇਆ, ਹਮ ਆਦਮੀ ਹਾਂ ਇੱਕਦਮੀ ਮੌਲਤ ਮੌਤ ਨਾ ਜਾਏ। ਜੇ ਜਿਹੜੇ ਮਨੁੱਖ ਆਪਣੇ ਗੁਰੂ ਨੂੰ ਨਹੀਂ ਸਿਮਰਦੇ, ਉਹਦੀ ਦੱਸੀ ਹੋਈ ਰਾਹ ਤੇ ਨਹੀਂ ਚੱਲਦੇ, ਉਹਦੀ ਸਿੱਖਿਆ ਨੂੰ ਪ੍ਰਾਪਤ ਨਹੀਂ ਕਰਦੇ, ਉਹ ਲੁੱਟੇ ਜਾਂਦੇ ਨੇ। ਉਹ ਮਝਦਾਰ ਵਿੱਚ अपने जीवन तो लुटे जाते हैं। लुटते किस तरह? जिहड़े विकार अंदर ने, ये दुख सहेड़ते ने, नित नित लुटे, मनमुख नहीं बूझे, रोज लुटते ने, पर सानू पता नहीं लगता, क्योंकि असीं मन दे पिछे टुरदे हैं, विकारी मन दे पिछे टुरदे हैं। ते गरीब कबीर सब साडे ते बख्शिश करदे होए यही समझांदे ने। कहंदे ने शरीर रूपी गागर स्वासा रूपी पानी नाल भरी हुई है, स्वासा दे निकलन ते अज ना कल टुटी जानी है, खत्म हो जानी है, अपनी कोई होंद नहीं रहनी। इसलिए गुरु परमेश्वर हर वेले सिमरना चाहिए, हर वक्त उसकी सिक्ख्या के अधीन जीवन में चलाना चाहिए। जे सिमरन की कार ना की तो जीवन ने अध विच ही लुटिया जाना, भाव जमा ने घेर लेना, विकारा ने घेर लेना, दुख सहेड़ना। कहंदे न चेतना है तो चेत ले, निस्तिन मैं प्राणी, छिन छिन ओद बिहात है, फूटे कट जो पानी। उत्थे भी घड़े दी गल की कि धीरे धीरे म्याद घटती जा रही है। तदी गुरु पातशाह कहंदे ने कर बंदे तू बंदगी जिचर कट मैं साह, जब तक अंदर साह, एक एक साह नू यूटिलाइज कर, पता नहीं कदों वो चिट्ठी आ जाए। हर जपंदे खिन ढिल न की जई मेरी जिंदड़िए, मत के जापे सा आवे कि ना आवे। पता नहीं कदों वो चिट्ठी आ जाए, कदों ओदा बुलावा आ जाए, कदों ये म्याद पूरी हो जाए, कदों जाना पे। इसलिए गुरु पातशाह बार बार सानू बानी राही समझाते हैं। कबीर साहब भी इत्थे समझा रहे हैं कि जेड़ी गल पहले आई लुटना है ते लुट ले, वही गल चलती आ रही है कि भाई जिन्हें जेड़ा असली पूंजी इकट्ठी करनी और राम नाम दी है, वो नाम तन इकट्ठा कर, नहीं तो लुटिया जाएगा। ये विकार तेन लुट के ले जाएंगे और समझ में नहीं आएगा। जीवन जेड़ा जमा दे हवाले हो जाएगा, दुख सहेड़ेगा, तो फिर तो झगड़ा पै जाएगा, फिर तो झगड़ा पा लेगा इस प्रभु नाल, उस तो दूरी बढ़ती जाएगी। जेड़ा प्यार बनना है वो केवल गुना नाल बनना है। इत्थे कबीर साहब सलोका राही साडे ते बख्शिश करते ने, सानू गुनाह दी वाकफियत कराउंदे ने, सानू समझाउंदे ने कि जीवन दा मनोरथ उस प्रभु दी भगती है, उस प्रभु दे गुण ने। जे गुण अंदर ने ते विकारां दी कोई होंद नहीं, विकार हावी नहीं हो सकते। बार बार समझाते ने गुण वो प्रभु दा प्यार, प्रभु दी बंदगी, प्रभु दी सिफत सलाह ही और जुगत है, जिस राही जीवन असली मनोरथ, असली मकसद तक पहुंच सकता है। नहीं तो ना जीवन ने केवल ते केवल अवगुण ही सहेड़ने ने, दुख ही सहेड़ने ने, और अवगुणा दी गठड़ी बने हुए मनुख दी कोई इज्जत नहीं। इसलिए क्या गुरु पातशाह कबीर साहब बार बार बख्शिश करते ने
बार बार बख्शिश करते ने कि भाई जे ओदी मकसद है उसकी मेहर का पात्र बनना, क्योंकि जे ओदी मेहर हो गई तो फिर इन दुखों सहेड़न तो बचिया जा सकता है, इन विकारां तो देहाबी होने तो बचिया जा सकता है। गुरु पाशा बख्शिश करन, अपने दर करदा सेवक बनाई रखन, दर करदा कुकर बनाई रखन। आओ रल मिल के अरदास करिए, और रल मिल के अरदास करिए, गुरा एक देह बुझाई सबना जिया का एक दाता, सो मैं विसरना चाहिए इन्नी को अरदास। गुरु पिता जानी जान असीम असीम प्रकार दियां भुल्ला चुका बेदबियां होईयां, गुरु पिता बख्शन हार भुल्ला चुका दी खिमा। आओ गज वज के गुरु दी प्यारी फतेह दी सांझ पाइए। वाहिगुरु जी का खालसा, वाहिगुरु जी की फतेह।